यस यस ਇਹਦੇ ਵਿੱਚ ਆਪਣਾ ਟੌਪਿਕ ਹੈ ਫੰਡਾਮੈਂਟਲ ਕਨਸੈਪਟ ਆਫ ਦਾ ਔਰਗੈਨਿਕ ਕੈਮਿਸਟਰੀ। ਸਭ ਤੋਂ ਪਹਿਲਾਂ ਇਹਦੇ ਵਿੱਚ ਨੇਮਿੰਗ ਆਏਗੀ ਔਰਗੈਨਿਕ ਦੀ ਸਟਾਰਟਿੰਗ ਦੇ ਵਿੱਚ। ਉਹ ਬਹੁਤ ਜ਼ਿਆਦਾ ਬੇਸਿਕ ਹੈ ਅਤੇ ਬਹੁਤ ਜ਼ਿਆਦਾ ਸਿੰਪਲ ਹੀ ਕਰਨੀ ਹੈ, ਜ਼ਿਆਦਾ ਕੰਪਲੈਕਸ ਵਾਲੀ ਨਹੀਂ ਆਉਂਦੀ ਐਗਜ਼ਾਮ ਦੇ ਵਿੱਚ। ਠੀਕ ਹੈ, ਅਸੀਂ ਸ਼ੁਰੂ ਕਰ ਰਹੇ ਹਾਂ ਇੱਥੇ ਆਪਣਾ ਇੰਡਕਟਿਵ ਇਫੈਕਟ। ਇੰਡਕਟਿਵ ਇਫੈਕਟ ਦੇ ਵਿੱਚ ਸਭ ਤੋਂ ਪਹਿਲਾਂ ਦੇਖੋ ਕਿ ਇੰਡਕਟਿਵ ਇਫੈਕਟ ਹੈ ਕੀ ਹੈ। ਇੰਡਕਟਿਵ ਇਫੈਕਟ ਬੇਸਿਕਲੀ ਅਸੀਂ ਕਹਿੰਦੇ ਹਾਂ ਇਹਨੂੰ ਈ ਇਫੈਕਟ। ਠੀਕ ਹੈ, ਸਭ ਤੋਂ ਪਹਿਲੀ ਗੱਲ ਕਿ ਇੱਥੇ ਆਪਾਂ ਸਿਰਫ ਇੰਨੀ ਗੱਲ ਦਾ ਧਿਆਨ ਰੱਖਣਾ ਹੈ ਕਿ ਇਹਦੇ ਵਿੱਚ ਕੀ ਹੁੰਦਾ ਹੈ, ਮੂਵਮੈਂਟ ਆਫ ਸਿਗਮਾ ਇਲੈਕਟ੍ਰੋਨ। ਅਤੇ ਇੱਥੇ ਆਪਾਂ ਸੈਚੂਰੇਟਿਡ ਬੌਂਡ ਲੈਣਾ, ਯਾਨੀ ਕਿ ਸਿਰਫ ਅਤੇ ਸਿਰਫ ਜਿਹੜੇ ਸਿੰਗਲ ਬੌਂਡ ਹੁੰਦੇ ਨੇ, ਕੋਈ ਅਨਸੈਚੂਰੇਸ਼ਨ ਉਹਦੇ ਵਿੱਚ ਨਹੀਂ ਪ੍ਰੈਜੈਂਟ ਹੋਣੀ ਚਾਹੀਦੀ ਹੈ। ਅਨਸੈਚੂਰੇਸ਼ਨ ਮੀਨਸ ਡਬਲ ਜਾਂ ਟ੍ਰਿਪਲ ਬੌਂਡ ਨਹੀਂ, ਇਹਦੇ ਵਿੱਚ ਅਸੀਂ ਸਿਰਫ ਅਤੇ ਸਿਰਫ ਸਿਗਮਾ ਇਲੈਕਟ੍ਰੋਨ ਦਾ ਟਰਾਂਸਫਰ ਜਿਹੜਾ ਉਹ ਕਾਊਂਟ ਕਰਨਾ ਹੈ। ਠੀਕ ਹੈ, ਅਤੇ ਇਹ ਕਿਹੜੇ ਹੋਣਗੇ, ਦੋਨੇ ਹੀ ਗਰੁੱਪ ਪਾਰਟੀਸਪੇਟ ਕਰਨਗੇ, ਇਲੈਕਟ੍ਰੋਨ ਡੋਨੇਟਿੰਗ ਵੀ ਅਤੇ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਵੀ। ਠੀਕ ਹੈ, ਇਹਦੇ ਵਿੱਚ ਹੁਣ ਕਿਸ ਬੇਸਿਸ 'ਤੇ ਦੇਖਣਾ ਹੈ ਕਿ ਕਿਵੇਂ ਇਲੈਕਟ੍ਰੋਨਸ ਜਿਹੜੇ ਨੇ ਸਿਗਮਾ ਦੇ ਮੂਵ ਕਰਨਗੇ, ਔਨ ਦ ਬੇਸਿਸ ਆਫ ਦ ਇਲੈਕਟ੍ਰੋਨੈਗੇਟਿਵਿਟੀ। ਠੀਕ ਹੈ, ਹੁਣ ਅਸੀਂ ਇਹਨੂੰ ਦੋ ਕੈਟਾਗਰੀਜ਼ ਦੇ ਵਿੱਚ ਕਲਾਸੀਫਾਈ ਕਰ ਰਹੇ ਹਾਂ। ਸਭ ਤੋਂ ਪਹਿਲਾਂ ਆਉਂਦਾ ਸਾਡੇ ਕੋਲ ਆਪਣਾ ਪਲੱਸ ਈ ਇਫੈਕਟ, ਦੂਸਰਾ ਆਉਂਦਾ ਹੈ ਪਲੱਸ ਆਈ ਇਫੈਕਟ ਐਂਡ ਮਾਈਨਸ ਆਈ ਇਫੈਕਟ। ਵਾਟ ਇਜ਼ ਪਲੱਸ ਆਈ ਐਂਡ ਮਾਈਨਸ ਆਈ? ਬੇਸਿਕਲੀ ਪਲੱਸ ਆਈ ਅਸੀਂ ਯੂਜ਼ ਕਰਨਾ ਹੈ ਇਲੈਕਟ੍ਰੋਨ ਡੋਨੇਟਿੰਗ ਦੇ ਲਈ। ਠੀਕ ਹੈ, ਇਹਨੂੰ ਤੁਸੀਂ ਯਾਦ ਕਰਨ ਲਈ ਇੱਦਾਂ ਕਰ ਸਕਦੇ ਹੋ ਕਿ ਜਦੋਂ ਕੋਈ ਵੀ ਗਰੁੱਪ ਆਪਣੇ ਜਾਂ ਕੋਈ ਵੀ ਐਲੀਮੈਂਟ ਆਪਣੇ ਇਲੈਕਟ੍ਰੋਨ ਡੋਨੇਟ ਕਰ ਦਿੰਦਾ ਹੈ, ਉਹਦੇ ਕੋਲ ਕਿਹੜਾ ਚਾਰਜ ਆ ਜਾਂਦਾ? ਉਹਦੇ ਕੋਲ ਆ ਜਾਂਦਾ ਪੋਜ਼ੀਟਿਵ ਚਾਰਜ। ਇਸ ਕਰਕੇ ਅਸੀਂ ਇੱਥੇ ਕਹਿ ਸਕਦੇ ਹਾਂ ਕਿ ਜਿਹੜੇ ਪਲੱਸ ਆਈ ਵਾਲੇ ਨੇ ਉਹ ਕਿਹੜੇ ਹੋਣਗੇ? ਇਲੈਕਟ੍ਰੋਨ ਡੋਨੇਟਿੰਗ ਹੋਣਗੇ। ਦੂਸਰਾ ਇਲੈਕਟ੍ਰੋਨ ਵਿਡਰਾਇੰਗ, ਜਦੋਂ ਕੋਈ ਵੀ ਆਟਮ ਜਾਂ ਕੋਈ ਵੀ ਚੀਜ਼ ਐਲੀਮੈਂਟ ਲੈ ਲਓ, ਇਲੈਕਟ੍ਰੋਨ ਆਪਣਾ ਗੇਨ ਕਰ ਲੈਂਦਾ ਹੈ, ਮਤਲਬ ਦੂਸਰੇ ਐਟਮ ਤੋਂ ਵੀ ਲੈ ਲੈਂਦਾ ਹੈ, ਵਿਡਰੋ ਕਰ ਲੈਂਦਾ, ਉਹਦੇ ਉੱਪਰ ਆ ਜਾਂਦਾ ਆਪਣੇ ਕੋਲ ਨੈਗੇਟਿਵ ਚਾਰਜ। ਜਦੋਂ ਆਪਣੇ ਕੋਲ ਨੈਗੇਟਿਵ ਚਾਰਜ ਆ ਜਾਂਦਾ, ਆਪਾਂ ਯਾਦ ਰੱਖਾਂਗੇ ਕਿ ਉਹ ਕਿਹੜਾ ਇਫੈਕਟ ਹੋਏਗਾ ਆਪਣਾ? ਉਹ ਹੋਏਗਾ ਆਪਣਾ ਮਾਈਨਸ ਆਈ ਇਫੈਕਟ। ਠੀਕ ਹੈ, ਅੱਗੇ ਚੱਲਦੇ ਹਾਂ। ਇਹਦੇ ਵਿੱਚ ਇੱਕ ਹੋਰ ਚੀਜ਼ ਯਾਦ ਰੱਖਣ ਵਾਲੀ ਹੈ ਕਿ ਜਿਹੜਾ ਆਪਣਾ ਆਈ ਇਫੈਕਟ ਹੈ, ਇਟ ਇਜ਼ ਅ ਪਰਮਾਨੈਂਟ ਇਫੈਕਟ। ਡਿਫਰੈਂਸ ਆ ਸਕਦਾ ਪੇਪਰ ਦੇ ਵਿੱਚ ਪੁੱਛ ਸਕਦਾ ਹੈ ਕਿ ਆਈ ਇਫੈਕਟ ਜਿਹੜਾ ਹੈ ਉਹ ਕਿਹੜਾ ਇਫੈਕਟ ਹੈ? ਉਹ ਪਰਮਾਨੈਂਟ ਇਫੈਕਟ ਹੈ। ਅਤੇ ਜਿੱਦਾਂ ਤੁਸੀਂ ਕੋਈ ਗਰੁੱਪ ਦੂਰ ਲੈ ਕੇ ਜਾਂਦੇ ਹੋ, ਡਿਸਟੈਂਸ ਵੱਧਦਾ ਰਹਿੰਦਾ ਹੈ। ਠੀਕ ਹੈ, ਉਸੇ ਤਰ੍ਹਾਂ ਇਹਦਾ ਇਫੈਕਟ ਜਿਹੜਾ ਉਹ ਘਟਦਾ ਰਹਿੰਦਾ ਹੈ। ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਜਿੰਨਾ ਜ਼ਿਆਦਾ ਐਟਮ ਕਾਰਬਨ ਕਲੋਜ਼ ਹੋਣਗੇ, ਠੀਕ ਹੈ, ਓਨੇ ਜ਼ਿਆਦਾ ਕੀ ਹੋਊਗਾ? ਆਈ ਇਫੈਕਟ ਜਿਹੜਾ ਉਹ ਦੇਖਣ ਨੂੰ ਮਿਲੇਗਾ। ਜਾਂ ਆਪਾਂ ਕਹਿ ਸਕਦੇ ਹਾਂ ਕਿ 3 ਕਾਰਬਨ ਡਿਸਟੈਂਸ, 3 ਐਟਮ ਕਾਰਬਨਸ ਜਿਹੜੇ ਨੇ ਉਦੋਂ ਤੱਕ ਹੀ ਜਿਹੜਾ ਹੈ ਇਹ ਐਪਲੀਕੇਬਲ ਰਹੇਗਾ। ਯੈਸ, ਅੱਗੇ ਗੱਲ ਕਰਦੇ ਹਾਂ ਇਹਦੀ। ਅੱਗੇ ਆ ਜਾਂਦੀ ਹੈ ਐਪਲੀਕੇਸ਼ਨਸ, ਰਾਈਟ। ਐਪਲੀਕੇਸ਼ਨਸ ਦੇ ਵਿੱਚ ਕੀ ਹੈ ਕਿ ਆਪਾਂ ਆਈ ਇਫੈਕਟ ਜਿਹੜਾ ਉਹ ਕਿੱਥੇ ਕਿੱਥੇ ਲਗਾ ਸਕਦੇ ਹਾਂ। ਪਹਿਲੀ ਆ ਜਾਂਦੀ ਆਪਣੇ ਕੋਲ ਸਟੇਬਿਲਿਟੀ, ਦੂਸਰਾ ਆਉਂਦਾ ਐਸਿਡਿਕ ਬਿਹੇਵੀਅਰ, ਤੀਸਰਾ ਆਉਂਦਾ ਬੇਸਿਕ ਬਿਹੇਵੀਅਰ। ਬਹੁਤ ਸਿੰਪਲ ਜੀ ਗੱਲ ਹੈ, ਸਟੇਬਿਲਿਟੀ ਚੈੱਕ ਕਰਨੀ ਹੈ ਤਾਂ ਆਪਾਂ ਆਈ ਇਫੈਕਟ ਦੇਖ ਸਕਦੇ ਹਾਂ। ਐਸਿਡਿਕ ਅਤੇ ਬੇਸਿਕ ਬਿਹੇਵੀਅਰ ਪਤਾ ਕਰਨਾ ਹੈ ਕਿਸੇ ਕੰਪਾਊਂਡ ਦਾ, ਔਰਗੈਨਿਕ ਕੰਪਾਊਂਡ ਦਾ, ਉਦੋਂ ਅਸੀਂ ਆਈ ਇਫੈਕਟ ਜਿਹੜਾ ਉਹ ਯੂਜ਼ ਕਰ ਸਕਦੇ ਹਾਂ। ਠੀਕ ਹੈ, ਅਸੀਂ ਗੱਲ ਕਰਦੇ ਹਾਂ ਹੁਣ ਸਟੇਬਿਲਿਟੀ ਦੀ। ਬੇਸਿਕਲੀ ਸਟੇਬਿਲਿਟੀ ਦੀ ਗੱਲ ਕਰਾਂਗੀ ਤਾਂ ਮੈਂ ਇੱਥੇ ਸਟੇਬਿਲਿਟੀ ਦੀ ਗੱਲ ਵਿੱਚ ਦੱਸਾਂਗੀ ਤੁਹਾਨੂੰ ਕਿ ਕਾਰਬੋਕਟਾਇਨ ਜਿਹੜਾ ਉਹ ਕਿਹੜਾ ਸਟੇਬਲ ਹੋਏਗਾ। ਠੀਕ ਹੈ, ਹੁਣ ਕਾਰਬੋਕਟਾਇਨ ਦਾ ਇੱਕ ਟਰੈਂਡ ਹੈ, ਜੇ ਤੁਸੀਂ ਉਹਨੂੰ ਯਾਦ ਕਰ ਸਕਦੇ ਹੋ ਵੈਲ ਐਂਡ ਗੁੱਡ ਹੈ। ਸਮਝਣਾ ਤਾਂ ਇਹ ਬਹੁਤ ਡੀਪ ਕਨਸੈਪਟ ਹੈ ਕਿ ਕਾਰਬੋਕਟਾਇਨ ਜਿਹੜਾ ਉਹ ਕਿਹੜਾ ਸਟੇਬਲ ਹੁੰਦਾ। ਠੀਕ ਹੈ, ਜਦੋਂ ਵੀ ਪੋਜ਼ੀਟਿਵ ਚਾਰਜ ਕਿਸੇ ਇਹੋ ਜਿਹੇ ਕਾਰਬਨ 'ਤੇ ਹੋਵੇ ਜਿਹੜਾ ਫਰਦਰ 3 ਮਿਥਾਈਲ ਗਰੁੱਪਸ ਨਾਲ ਅਟੈਚ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ 3 ਡਿਗਰੀ ਕਾਰਬੋਕਟਾਇਨ। ਅਤੇ ਇਹ ਸਭ ਤੋਂ ਜ਼ਿਆਦਾ ਜਿਹੜਾ ਉਹ ਕੀ ਹੁੰਦਾ? ਸਟੇਬਲ ਹੁੰਦਾ। ਬੇਸਿਕਲੀ ਕੀ ਹੁੰਦਾ, ਦੇਖੋ ਆਹ ਜਿਹੜਾ ਇੱਕ ਪੋਜ਼ੀਟਿਵ ਚਾਰਜ ਹੈ, ਰਾਈਟ, ਆਹ ਜਿਹੜਾ ਇੱਕ ਪੋਜ਼ੀਟਿਵ ਚਾਰਜ ਹੈ ਫਸਟ ਵਾਲੇ 'ਤੇ, ਆਹ ਸਿਰਫ ਇੱਕੋ ਹੀ ਅੱਗੇ ਮਿਥਾਈਲ ਗਰੁੱਪ ਨਾਲ ਲੱਗਿਆ। ਜਿਹੜੇ ਕਾਰਬਨ 'ਤੇ ਪੋਜ਼ੀਟਿਵ ਹੈ ਉਹ ਇੱਕੋ ਹੀ ਮਿਥਾਈਲ ਨਾਲ ਲੱਗਿਆ, ਯਾਨੀ ਕਿ 1 ਡਿਗਰੀ ਹੈ। ਠੀਕ ਹੈ, ਇਹ 1 ਡਿਗਰੀ ਹੈ ਤਾਂ ਮਤਲਬ ਜਦੋਂ ਵੀ ਸ਼ੇਅਰਿੰਗ ਦੀ ਗੱਲ ਆਊਗੀ ਤਾਂ ਸਿਰਫ ਇਹ ਕਹਿ ਸਕਦੇ ਹੋ ਕਿ ਓਨਾ ਪੋਜ਼ੀਟਿਵ ਚਾਰਜ ਨਾਲ ਦੇ ਨਾਲ ਨਹੀਂ ਸ਼ੇਅਰ ਕਰ ਪਾਏਗਾ ਜਿੰਨਾ ਇਹ ਅਤੇ 3 ਡਿਗਰੀ ਵਾਲਾ ਸ਼ੇਅਰ ਕਰੇਗਾ। ਠੀਕ ਹੈ, ਯਾਨੀ ਕਿ ਜਦੋਂ ਸ਼ੇਅਰਿੰਗ ਹੋਏਗੀ ਤਾਂ ਤੁਸੀਂ ਦੇਖੋਗੇ ਕਿ 3 ਡਿਗਰੀ ਵਾਲੇ ਕਾਰਬਨ 'ਤੇ ਜਿਹਦੇ 'ਤੇ ਪੋਜ਼ੀਟਿਵ ਚਾਰਜ ਹੈ ਉਹ ਘਟਦਾ ਜਾਏਗਾ ਪੋਜ਼ੀਟਿਵ ਚਾਰਜ, ਯਾਨੀ ਕਿ ਉਹ ਹੋਰ ਜ਼ਿਆਦਾ ਕੀ ਹੈ? ਸਟੇਬਲ ਹੁੰਦਾ ਜਾਏਗਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਟਰੈਂਡ ਹੈ ਆਪਣੇ ਕੋਲ ਉਹ ਕੀ ਟਰੈਂਡ ਹੈ? ਇਟ ਇਜ਼ 3 degree is more stable than 2 degree which is further more stable than 1 degree। ठीक है, this is very important, पूछ भी सकते हैं एग्जाम च। ठीक है,
ਅੱਗੇ ਆ ਜਾਂਦੀ ਹੈ ਕਾਰਬੋ ਅਨਾਇਨ ਦੀ। ਕਾਰਬੋ ਅਨਾਇਨ ਇਸ ਤੋਂ ਉਲਟਾ, ਠੀਕ ਹੈ। ਇਹਦੇ ਵਿੱਚ ਟ੍ਰੈਂਡ ਕੀ ਕਹਿੰਦਾ ਹੈ, ਇਹਦੇ ਵਿੱਚ ਟ੍ਰੈਂਡ ਕਹਿੰਦਾ ਹੈ ਕਿ 1 ਡਿਗਰੀ ਵਾਲਾ ਜਿਹੜਾ ਹੈ ਉਹ ਮੋਰ ਸਟੇਬਲ ਹੋਏਗਾ 2 ਡਿਗਰੀ ਨਾਲੋਂ, ਵਿਚ ਇਜ਼ ਫਰਦਰ ਮੋਰ ਸਟੇਬਲ ਦੈਨ 3 ਡਿਗਰੀ, ਠੀਕ ਹੈ। ਹੁਣ ਆਉਂਦੀ ਗੱਲ ਐਸਿਡਿਕ ਐਂਡ ਬੇਸਿਕ ਬਿਹੇਵੀਅਰ ਦੀ। ਵਟ ਇਜ਼ ਐਸਿਡਿਕ ਐਂਡ ਬੇਸਿਕ ਬਿਹੇਵੀਅਰ? ਬੇਸਿਕਲੀ ਕਿ ਕੋਈ ਵੀ ਜਿਹੜਾ ਔਰਗੈਨਿਕ ਕੰਪਾਊਂਡ ਹੈ ਉਹ ਕਿੰਨਾ H ਪੋਜ਼ੀਟਿਵ ਆਇਨ ਦੇਣ ਦੀ ਟੈਂਡੈਂਸੀ ਰੱਖਦਾ ਹੈ, ਯਾਨੀ ਕਿ H ਪੋਜ਼ੀਟਿਵ ਕਿੰਨਾ ਰਿਲੀਜ਼ ਹੋਏਗਾ, that is the acidic behavior, ਤੇ ਕਿੰਨੇ OH ਨੈਗੇਟਿਵ ਰਿਲੀਜ਼ ਹੋਣਗੇ, that is the basic behavior। ਬਾਕੀ ਲੂਇਸ ਬ੍ਰੌਨਸਟੇਡ ਦੇ ਅਕੋਰਡਿੰਗ ਅਲੱਗ ਅਲੱਗ ਕੰਸੈਪਟ ਨੇ, ਉਹਨਾਂ ਦੇ ਅਕੋਰਡਿੰਗ ਅਲੱਗ ਅਲੱਗ ਦੋਨਾਂ ਨੇ ਡੈਫੀਨੇਸ਼ਨਸ ਦਿੱਤੀਆਂ, ਉਹ ਵੀ ਕਰ ਸਕਦੇ ਆ। ਬਟ ਸਿੰਪਲ ਲੈਂਗੁਏਜ ਦੇ ਵਿੱਚ ਦੇਖੀਏ ਤਾਂ ਐਸਿਡ ਬੇਸ ਕੀ ਹੁੰਦੇ ਨੇ, H ਪੋਜ਼ੀਟਿਵ ਦੇਣ ਦੀ ਟੈਂਡੈਂਸੀ ਇਜ਼ ਐਸਿਡਿਕ ਐਂਡ ਬੇਸਿਕ ਇਜ਼ OH ਨੈਗੇਟਿਵ ਦੇਣ ਦੀ ਟੈਂਡੈਂਸੀ, ਠੀਕ ਹੈ। ਹੁਣ ਅਸੀਂ ਗੱਲ ਕਰਦੇ ਹਾਂ, ਦੇਖੀਏ ਐਸਿਡਿਕ ਬਿਹੇਵੀਅਰ ਦੀ ਗੱਲ ਕਰਾਂਗੇ ਇੱਥੇ। ਇਹਦੇ ਵਿੱਚ ਕੀ ਹੈ, ਦੇਖੋ ਆਈ ਇਫੈਕਟ ਦੇ ਨਾਲ ਇਹਨੂੰ ਰਿਲੇਟ ਕਰਦੇ ਹਾਂ। ਹੁਣੇ ਤੁਹਾਨੂੰ ਦੱਸਿਆ ਕਿ ਮਾਈਨਸ ਆਈ ਇਫੈਕਟ ਜਿਹੜਾ ਹੈ ਉਹ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਦੇ ਵਿੱਚ ਲੱਗੇਗਾ, ਯਾਨੀ ਕਿ ਕੀ ਕਰੇਗਾ, ਇਲੈਕਟ੍ਰੋਨ ਵਿਡਰੋਇੰਗ ਗਰੁੱਪ ਆਪਣੇ ਵੱਲ ਨੂੰ ਸਾਰੇ ਦੇ ਸਾਰੇ ਇਲੈਕਟ੍ਰੋਨ ਜਿਹੜੇ ਆ ਉਹ ਖਿੱਚ ਲਏਗਾ, ਠੀਕ ਹੈ। ਇਸ ਕਰਕੇ ਉੱਥੇ ਕੀ ਹੋ ਜਾਏਗਾ, ਤੁਸੀਂ ਕਹਿ ਸਕਦੇ ਹੋ ਇਲੈਕਟ੍ਰੋਨ ਵਿਡਰੋਇੰਗ ਦੇ ਵਿੱਚ ਕਲੋਰੀਨ ਆ ਸਕਦਾ, ਫਲੋਰੀਨ ਆ ਸਕਦਾ, ਮੋਰ ਇਲੈਕਟ੍ਰੋਨੈਗੇਟਿਵ ਨੇ, ਠੀਕ ਹੈ। ਇਹਨਾਂ ਦੀ ਇਲੈਕਟ੍ਰੋਨ ਐਕਟੀਵਿਟੀ ਜ਼ਿਆਦਾ ਹੈ, ਬੇਸਿਕਲੀ ਅੱਛੇ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਦੀ ਤਰ੍ਹਾਂ ਕੰਮ ਕਰ ਰਹੇ ਨੇ, ਠੀਕ ਹੈ। ਅਤੇ ਜਿੰਨੇ ਜ਼ਿਆਦਾ ਉਹ ਇਲੈਕਟ੍ਰੋਨ ਆਪਣੇ ਵੱਲ ਖਿੱਚ ਲੈਣਗੇ, ਠੀਕ ਹੈ, ਓਨੀ ਜ਼ਿਆਦਾ ਕੀ ਹੋ ਜਾਏਗੀ, ਉਹਨਾਂ ਦੇ ਕੋਲ ਐਸਿਡਿਕ ਦੀ ਤਰ੍ਹਾਂ ਬਿਹੇਵ ਕਰਨਗੇ, ਠੀਕ ਹੈ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਜਿੰਨਾ ਜ਼ਿਆਦਾ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਜਿਹੜੇ ਨੇ ਉਹ ਕਿਸ ਤਰ੍ਹਾਂ ਕਿਹੜਾ ਇਫੈਕਟ ਦਿੰਦੇ ਨੇ, ਐਸਿਡਿਕ ਇਫੈਕਟ ਦਿੰਦੇ ਨੇ। ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕੀ ਕਰਦੇ ਆ, ਇਲੈਕਟ੍ਰੋਨ ਡੋਨੇਟ ਕਰ ਦਿੰਦੇ ਆ, ਉਹਨਾਂ ਦੇ ਕੋਲ ਕੀ ਹੈ, ਆਪਣੇ ਇਲੈਕਟ੍ਰੋਨ ਲੂਜ਼ ਕਰ ਦਿੰਦੇ ਨੇ, ਪੋਜ਼ੀਟਿਵ ਆਇਨਸ ਲੂਜ਼ ਕਰ ਦਿੰਦੇ ਨੇ, ਮਤਲਬ ਇਲੈਕਟ੍ਰੋਨਸ ਆਪਣੇ ਲੂਜ਼ ਕਰ ਦਿੰਦੇ ਅਤੇ ਖੁਦ ਕੀ ਹੋ ਜਾਂਦਾ, ਇਲੈਕਟ੍ਰੋਨ ਡੋਨੇਟਿੰਗ 'ਤੇ ਪੋਜ਼ੀਟਿਵ ਚਾਰਜ ਆ ਜਾਂਦਾ ਹੈ, ਠੀਕ ਹੈ। ਜਦੋਂ ਆਪਣੇ ਇਲੈਕਟ੍ਰੋਨ ਡੋਨੇਟ ਕਰਦੇ ਨੇ ਉਹਨਾਂ 'ਤੇ ਕੀ ਆ ਜਾਂਦਾ, ਪੋਜ਼ੀਟਿਵ ਚਾਰਜ ਆ ਜਾਂਦਾ। ਇਸ ਕਰਕੇ ਕੀ ਹੋ ਜਾਂਦਾ, ਉੱਥੇ ਆਪਣਾ ਐਸਿਡਿਕ ਇਫੈਕਟ ਡਿਕਰੀਜ਼ ਹੋ ਜਾਂਦਾ। ਨੈਕਸਟ ਗੱਲ ਕਰਦੇ ਹਾਂ ਇੱਥੇ ਆਪਾਂ ਇਲੈਕਟ੍ਰੋਮੈਰਿਕ ਇਫੈਕਟ ਦੀ। ਹੁਣ ਦੇਖੋ ਆਹ ਜਿਹੜਾ ਮਾਈਨਸ ਆਈ ਐਂਡ ਪਲੱਸ ਆਈ ਇਫੈਕਟ, ਉਹ ਵੀ ਕੈਨ ਸੇ ਜਨਰਲੀ ਆਈ ਇਫੈਕਟ, ਠੀਕ ਹੈ। ਆਈ ਇਫੈਕਟ ਇੰਡਕਟਿਵ ਇਫੈਕਟ ਜਿਹੜਾ ਸੀ ਉਹ ਪਰਮਾਨੈਂਟ ਇਫੈਕਟ ਸੀ, ਬਟ ਇਲੈਕਟ੍ਰੋਮੈਰਿਕ ਜਿਹੜਾ ਹੈ ਇਟ ਇਜ਼ ਅ ਟੈਂਪਰੇਰੀ ਇਫੈਕਟ, ਥੋੜ੍ਹੇ ਟਾਈਮ ਲਈ ਹੁੰਦਾ। ਹੁਣ ਉਹ ਸ਼ਾਰਟ ਰੇਂਜ ਲਈ ਐਪਲੀਕੇਬਲ ਸੀ, ਠੀਕ ਹੈ, ਪਲੱਸ ਉੱਥੇ ਕਿਹੜੇ ਇਲੈਕਟ੍ਰੋਨ ਟਰਾਂਸਫਰ ਹੁੰਦੇ ਸੀ, ਸਿਰਫ ਅਤੇ ਸਿਰਫ ਸਿਗਮਾ 'ਤੇ। ਬਟ ਇੱਥੇ ਹੁਣ ਅਸੀਂ ਗੱਲ ਕਰਾਂਗੇ, ਆਪਾਂ ਇੱਥੇ ਕਹਾਂਗੇ ਕੰਪਲੀਟ ਟਰਾਂਸਫਰ ਹੋਏਗਾ ਪਾਏ ਇਲੈਕਟ੍ਰੋਨਸ ਦਾ, ਠੀਕ ਹੈ। ਹੁਣ ਉੱਥੇ ਆਪਾਂ ਸੈਚੂਰੇਟਿਡ ਬੌਂਡ ਕਾਊਂਟ ਕਰਦੇ ਹਾਂ, ਹੁਣ ਇੱਥੇ ਪਾਈ ਇਲੈਕਟ੍ਰੋਨ ਆ ਗਏ। ਬੇਸਿਕਲੀ ਉਹੀ ਬਹੁਤ ਹੀ ਨੋਰਮਲ ਜੈਨੂਇਨ ਜਿਹੀ ਗੱਲ ਹੈ ਕਿ ਪਾਈ ਇਲੈਕਟ੍ਰੋਨ ਹੈ, ਮਤਲਬ ਇੱਥੇ ਡਬਲ ਜਾਂ ਟ੍ਰਿਪਲ ਬੌਂਡ ਹੋਣ ਦੇ ਚਾਂਸਿਸ ਹੈਗੇ ਆ, ਯਾਨੀ ਕਿ ਕੰਪਾਊਂਡ ਦੇ ਵਿੱਚ ਕੀ ਰਹੇਗੀ, ਅਨਸੈਚੂਰੇਸ਼ਨ ਰਹੇਗੀ, ਠੀਕ ਹੈ। ਹੁਣ ਫਰਦਰ ਮੈਂ ਦੱਸ ਚੁੱਕੀ ਹਾਂ ਕਿ ਇਹ ਕੀ ਹੈ, ਟੈਂਪਰੇਰੀ ਇਫੈਕਟ ਰਹੇਗਾ, ਠੀਕ ਹੈ। ਇਹ ਕਦੋਂ ਹੋਏਗਾ, ਓਨਲੀ ਐਂਡ ਓਨਲੀ when attacking reagent will attack, ਠੀਕ ਹੈ। ਅੱਗੇ ਫਰਦਰ ਗੱਲ ਕਰਦੇ ਹਾਂ ਇਹਦੀ ਕਿ ਦੋ ਟਾਈਪਸ ਦੇ ਹੋਣਗੇ, ਫਸਟ ਇਜ਼ ਪਲੱਸ ਈ, ਨੈਕਸਟ ਇਜ਼ ਮਾਈਨਸ ਈ। ਹੁਣ ਇਹ ਤਾਂ ਬਹੁਤ ਹੀ ਸਿੰਪਲ ਹੈ, ਦੇਖੋ ਪਲੱਸ ਈ ਮਤਲਬ ਜਿੱਥੇ ਅਟੈਕਿੰਗ ਸਪੀਸ਼ੀਜ਼ ਨੇ ਅਟੈਕ ਕੀਤਾ ਅਤੇ ਪਾਈ ਇਲੈਕਟ੍ਰੋਨਸ ਵੀ ਉਸੇ ਕਾਰਬਨ 'ਤੇ ਕਹਿ ਸਕਦੇ ਹੋ ਤੁਸੀਂ ਸ਼ਿਫਟ ਹੋ ਗਏ ਸਾਰੇ ਦੇ ਸਾਰੇ। ਫੋਰ ਐਗਜ਼ਾਮਪਲ ਆ ਦੇਖੋ ਇੱਧਰ ਦੇਖੋ ਕਿ ਆਹ ਜਿਹੜਾ ਅਟੈਕਿੰਗ ਸਪੀਸ਼ੀਜ਼ ਹੈ H ਪੋਜ਼ੀਟਿਵ, ਇਹਨੇ ਇਸ ਵਾਲੇ ਕਾਰਬਨ 'ਤੇ ਅਟੈਕ ਕੀਤਾ ਅਤੇ ਆਹ ਜਿਹੜਾ ਆਪਣੇ ਕੋਲ ਪਾਈ ਬੌਂਡ ਹੈ ਇਹ ਵੀ ਆਪਣੇ ਇਲੈਕਟ੍ਰੋਨ ਕਿਹਨੂੰ ਦੇ ਰਿਹਾ ਹੈ, ਇਸੇ ਕਾਰਬਨ ਨੂੰ ਦੇ ਰਿਹਾ, ਠੀਕ ਹੈ। ਬੋਥ ਦ ਟਰਾਂਸਫਰ ਟੇਕਸ ਪਲੇਸ ਐਟ ਦ ਸੇਮ ਕਾਰਬਨ, ਠੀਕ ਹੈ। ਯੂ ਕੈਨ ਸੇ ਟਰਾਂਸਫਰ ਵੀ ਉਸੇ ਕਾਰਬਨ 'ਤੇ ਹੈ, ਅਟੈਕਿੰਗ ਸਪੀਸ਼ੀਜ਼ ਵੀ ਉਸੇ ਕਾਰਬਨ 'ਤੇ ਹੈ, ਸੋ ਇਟ ਇਜ਼ ਅ ਪਲੱਸ ਈ, ਠੀਕ ਹੈ। ਦੋਨੇ ਜਿਹੜੇ ਆ ਪੋਜ਼ੀਟਿਵ ਸਾਈਡ 'ਤੇ ਚਲੇ ਗਏ। ਹੁਣ ਗੱਲ ਕਰਦੇ ਹਾਂ ਇੱਥੇ ਆਪਾਂ ਇਫ ਦ ਟਰਾਂਸਫਰ of the atom will on the other side, ਮਤਲਬ ਅਟੈਕਿੰਗ ਰੀਏਜੈਂਟ ਦੇਖੋ ਇੱਥੇ CN ਨੈਗੇਟਿਵ ਮੈਂ ਲਿਆ, ਉਹ ਇਸ ਕਾਰਬਨ 'ਤੇ ਅਟੈਕ ਕਰ ਰਿਹਾ, ਬਟ ਜਿਹੜਾ ਟਰਾਂਸਫਰ ਹੈ ਦੇਖੋ ਡਬਲ ਬੌਂਡ ਦੇ ਜਿਹੜੇ ਇਲੈਕਟ੍ਰੋਨਸ ਨੇ ਉਹ ਉਸ ਕਾਰਬਨ ਵੱਲ ਨਹੀਂ ਜਾ ਰਹੇ ਜਿੱਧਰ ਨੂੰ ਅਟੈਕਿੰਗ ਸਪੀਸ਼ੀਜ਼ ਨੇ ਅਟੈਕ ਕੀਤਾ, ਬਟ ਇਟ ਵਿਲ ਮੂਵ ਇਨ ਦ ਆਪੋਜ਼ਿਟ ਡਾਇਰੈਕਸ਼ਨ ਲਾਈਕ ਉਹ, ਜਾਂ ਤੁਸੀਂ ਕਹਿ ਸਕਦੇ ਹੋ O ਦੇ ਨਾਲ ਡਬਲ ਬੌਂਡ ਅਨਸੈਚੂਰੇਸ਼ਨ ਹੈ, ਪਾਈ ਇਲੈਕਟ੍ਰੋਨਸ ਸਿਰਫ ਡਬਲ ਬੌਂਡ ਉਹਦੇ ਕੋਲ ਹੋਣਗੇ, ਮਤਲਬ ਡਬਲ ਬੌਂਡ
O ਦੇ ਨਾਲ ਜਿਹੜਾ ਕਾਰਬਨ ਹੈ ਮਤਲਬ ਕਿ ਕਾਰਬਨ ਤੇ O ਦੇ ਵਿੱਚ ਡਬਲ ਬੌਂਡ ਹੈ, ਇਸ ਕਰਕੇ ਪਾਈ ਇਲੈਕਟ੍ਰੋਨ ਜਿਹੜੇ ਆ ਉਹ O ਦੇ ਵੱਲ ਯਾਨੀ ਆਕਸੀਜਨ ਵੱਲ ਜਿਹੜੇ ਆ ਉਹ ਟਰਾਂਸਫਰ ਹੋ ਜਾਣਗੇ। ਠੀਕ ਹੈ, ਆਪੋਜ਼ਿਟ ਡਾਇਰੈਕਸ਼ਨ ਰਹੇਗੀ। ਅੱਗੇ ਆਉਂਦਾ ਹੈ ਰੈਜ਼ੋਨੈਂਸ ਇਫੈਕਟ। ਬਹੁਤ ਹੀ ਈਜ਼ੀ ਅਤੇ ਸਿੰਪਲੈਸਟ ਹੈ। ਇਹਦੇ ਵਿੱਚ ਸਿਰਫ ਇੱਕੋ ਗੱਲ ਯਾਦ ਰੱਖਣ ਵਾਲੀ ਹੈ ਕਿ ਰੈਜ਼ੋਨੈਂਸ ਦੇ ਵਿੱਚ ਕੀ ਹੁੰਦਾ, ਆਪਣੇ ਕੋਲ ਸਟੇਬਿਲਿਟੀ ਦਾ ਕਨਸੈਪਟ ਆ ਜਾਂਦਾ। ਇੱਕ ਵਾਰੀ ਪਹਿਲਾਂ ਓਵਰਵਿਊ ਲੈਣਾ। I ਤੇ E ਦਾ ਬੇਸਿਕਲੀ I ਜਿਹੜਾ ਹੈ I ਇੰਡਕਟਿਵ ਇਫੈਕਟ ਜਿਹੜਾ ਉਹ ਪਰਮਾਨੈਂਟ ਹੈ, ਅਤੇ ਜਿਹੜਾ ਇਲੈਕਟ੍ਰੋਮੈਰਿਕ ਇਫੈਕਟ ਹੈ E ਇਫੈਕਟ ਜਿਹੜਾ ਹੈ ਉਹ ਕੀ ਹੈ, ਟੈਂਪਰੇਰੀ ਹੈ। ਇੰਡਕਟਿਵ ਦੇ ਵਿੱਚ ਸਿਗਮਾ ਇਲੈਕਟ੍ਰੋਨ ਦਾ ਟਰਾਂਸਫਰ ਹੈ, ਕੋਈ ਵੀ ਅਨਸੈਚੂਰੇਸ਼ਨ ਨਹੀਂ ਹੈ, ਸਿਰਫ ਅਤੇ ਸਿਰਫ ਸੈਚੂਰੇਟਿਡ ਬੌਂਡ ਪਾਰਟੀਸਿਪੇਟ ਕਰਨਗੇ। ਉਧਰ E ਦੇ ਵਿੱਚ ਅਨਸੈਚੂਰੇਟਿਡ ਪਾਰਟੀਸਿਪੇਟ ਕਰਨਗੇ, ਯਾਨੀ ਕਿ ਪਾਈ ਇਲੈਕਟ੍ਰੋਨ ਦਾ ਟਰਾਂਸਫਰ ਆਏਗਾ। ਫਿਰ ਉਹ ਵੀ ਦੋ ਤਰ੍ਹਾਂ ਦੇ ਨੇ, ਆ ਵੀ ਦੋ ਤਰ੍ਹਾਂ ਦੇ ਨੇ। I ਵੀ ਦੋ ਤਰ੍ਹਾਂ ਦਾ ਹੈ, -I + I, ਅਤੇ E ਵੀ ਦੋ ਤਰ੍ਹਾਂ ਦਾ ਹੈ, -E ਐਂਡ +E। -I ਦੇ ਲਈ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਕੰਮ ਕਰੇਗਾ, ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਆਏਗਾ, ਅਤੇ +I ਦੇ ਲਈ -I ਦੇ ਲਈ ਇਲੈਕਟ੍ਰੋਨ ਵਿਡਰਾਇੰਗ ਗਰੁੱਪ, ਅਤੇ +I ਦੇ ਲਈ ਆਪਣੇ ਕੋਲ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕੰਮ ਕਰੇਗਾ। ਠੀਕ ਹੈ, ਇੱਥੇ ਹੁਣ I ਦੇ ਵਿੱਚ ਅਸੀਂ ਕਾਰਬੋਕੈਟਾਇਨ ਅਤੇ ਕਾਰਬੋਨਾਇਨ ਦੀ ਸਟੇਬਿਲਿਟੀ ਦਾ ਆਰਡਰ ਦੇਖਦੇ ਹਾਂ। ਠੀਕ ਹੈ, E ਦੇ ਵਿੱਚ ਕੀ ਹੁੰਦਾ ਹੈ, +E ਅਤੇ -E। +E ਦੇ ਵਿੱਚ ਕੀ ਹੋਏਗਾ ਕਿ ਜਿੱਥੇ ਅਟੈਕਿੰਗ ਸਪੀਸ਼ੀਜ਼ ਅਟੈਕ ਕਰੇਗੀ ਜਿਸ ਕਾਰਬਨ 'ਤੇ, ਪਾਈ ਇਲੈਕਟ੍ਰੋਨ ਵੀ ਉਸੇ ਕਾਰਬਨ 'ਤੇ ਸ਼ਿਫਟ ਹੋ ਜਾਣਗੇ। ਅਤੇ ਜਿਹੜਾ -E ਆਏਗਾ ਉਹਦੇ ਵਿੱਚ ਕੀ ਹੋਏਗਾ, ਜਿੱਥੇ ਅਟੈਕਿੰਗ ਸਪੀਸ਼ੀਜ਼ ਅਟੈਕ ਕਰੇਗੀ ਅਤੇ ਜਿਹੜੇ ਪਾਈ ਇਲੈਕਟ੍ਰੋਨਸ ਨੇ ਉਸ ਤੋਂ ਓਪੋਜ਼ਿਟ ਸਾਈਡ, ਯਾਨੀ ਕਿ ਜਿਨ੍ਹਾਂ ਦੋ ਦੇ ਵਿੱਚ ਡਬਲ ਬੌਂਡ ਬਣਿਆ ਹੈ, ਜਿੱਥੇ ਅਟੈਕ ਕੀਤਾ ਹੈ ਉਸ ਸਾਈਡ 'ਤੇ ਨਹੀਂ, ਉਸ ਤੋਂ ਆਲਟਰਨੇਟ ਸਾਈਡ 'ਤੇ, ਓਪੋਜ਼ਿਟ ਸਾਈਡ 'ਤੇ ਪਾਈ ਇਲੈਕਟ੍ਰੋਨਸ ਜਿਹੜੇ ਨੇ ਉਹ ਸ਼ਿਫਟ ਹੋ ਜਾਣਗੇ, ਅਤੇ ਇਹ ਜਿਹੜਾ ਹੈ ਟੈਂਪਰੇਰੀ ਇਫੈਕਟ ਰਹੇਗਾ। ਅੱਗੇ ਗੱਲ ਕਰਦੇ ਹਾਂ ਅਸੀਂ ਰੈਜ਼ੋਨੈਂਸ ਇਫੈਕਟ ਦੀ। ਰੈਜ਼ੋਨੈਂਸ ਇਫੈਕਟ ਇਜ਼ ਵਾਟ? ਰੈਜ਼ੋਨੈਂਸ ਇਫੈਕਟ ਇਜ਼, ਦੇਖੋ ਇੱਥੇ ਵੀ ਕੀ ਹੈ ਆਪਣੇ ਕੋਲ, ਪਾਈ ਇਲੈਕਟ੍ਰੋਨਸ ਜਿਹੜੇ ਨੇ ਉਹ ਡਿਸਲੋਕੇਟ ਹੋਣਗੇ। ਦੇਖੋ ਉੱਥੇ ਆਪਾਂ ਟਰਾਂਸਫਰ ਕਰ ਰਹੇ ਸੀ ਪਾਈ ਇਲੈਕਟ੍ਰੋਨ ਦਾ, E ਦੇ ਨਾਲ R ਦੇ ਨਾਲ, E ਨੂੰ R ਦੇ ਨਾਲ ਕਨਫਿਊਜ਼ ਨਹੀਂ ਕਰਨਾ। E ਦੇ ਵਿੱਚ ਜਿਹੜਾ ਹੈ ਪਾਈ ਇਲੈਕਟ੍ਰੋਨ ਟਰਾਂਸਫਰ ਹੁੰਦੇ ਨੇ, ਬਟ ਇੱਥੇ ਉਹ ਡਿਸਲੋਕੇਟ ਹੋ ਜਾਂਦੇ ਨੇ। ਮਤਲਬ ਕਿ ਅਸੀਂ ਦੇਖਦੇ ਹਾਂ ਕਿ ਜਦੋਂ ਆਪਾਂ ਬੈਂਜ਼ੀਨ ਦੀ ਗੱਲ ਕਰਦੇ ਹਾਂ, ਲੈਟ ਮੀ ਚੈੱਕ, ਇੱਥੇ ਮੈਂ ਜੇ ਸ਼ੋ ਕੀਤਾ ਤਾਂ ਯੈਸ, ਸੀ ਦਿਸ ਐਗਜ਼ਾਮਪਲ। ਦੇਖੋ ਇਹ ਕੀ ਹੈ, ਇਹ ਜਿਹੜੇ ਇਲੈਕਟ੍ਰੋਨ ਜਿਹੜੇ ਐਰੋਜ਼ ਨਾਲ ਘੁਮਾਏ ਨੇ, ਬੇਸਿਕਲੀ ਇੱਥੇ ਰੈਜ਼ੋਨੈਂਸ ਸ਼ੋ ਕੀਤੀ ਹੈ, ਦੇਖ ਸਕਦੇ ਹੋ ਕਿ ਆਹ ਵਾਲੇ ਇਲੈਕਟ੍ਰੋਨ ਜਿਹੜੇ ਨੇ ਉਹ ਇੱਧਰ ਸ਼ਿਫਟ ਹੋ ਗਏ, ਫਿਰ ਆਹ ਵਾਲਾ ਬੌਂਡ ਇੱਥੇ ਸ਼ਿਫਟ ਹੋ ਗਿਆ। ਵਾਟ ਇਜ਼ ਦਿਸ ਬੌਂਡ ਇੰਡੀਕੇਟਸ ਕਿ ਇੱਥੇ ਕੀ ਨੇ, ਜਿਹੜੇ ਇਲੈਕਟ੍ਰੋਨਸ ਨੇ ਉਹ ਟਰਾਂਸਫਰ ਹੋ ਰਹੇ ਨੇ। ਸਮਝ ਆਈ ਗੱਲ? ਮਤਲਬ ਇਲੈਕਟ੍ਰੋਨ ਜਿਹੜੇ ਨੇ ਉਹ ਟਰਾਂਸਫਰ ਹੋਣੇ, ਮਤਲਬ ਆਪਣੀ ਪੋਜੀਸ਼ਨ ਤੋਂ ਡਿਸਲੋਕੇਟ ਹੋ ਰਹੇ ਨੇ। ਠੀਕ ਹੈ, ਟਰਾਂਸਫਰ ਮਤਲਬ ਇਨ ਦਾ ਸੈਂਸ ਪਰਮਾਨੈਂਟ ਟਰਾਂਸਫਰ ਨਹੀਂ ਹੈ, ਤੁਸੀਂ ਦੇਖ ਰਹੇ ਹੋ। ਠੀਕ ਹੈ, ਕੀ ਹੋ ਰਹੇ ਨੇ, ਡਿਸਲੋਕੇਟ ਹੋ ਰਹੇ ਨੇ, ਅਤੇ ਕਿਹਦੇ ਵੱਲ ਨੂੰ ਜਾ ਰਹੇ ਨੇ, ਸਟੇਬਿਲਿਟੀ ਵੱਲ ਨੂੰ ਅਪਰੋਚ ਕਰ ਰਹੇ ਨੇ। ਨਾਓ ਲੈਟਸ ਸੀ ਦਿਸ ਵਨ। ਨਾਓ ਯੈਸ, ਵਨ ਥਿੰਗ ਮੋਰ ਕਿ ਇੱਥੇ ਵੀ ਪਾਈ ਜਿਹੜੇ ਨੇ ਉਹੀ ਇਲੈਕਟ੍ਰੋਨ ਡਿਸਲੋਕੇਟ ਹੋ ਰਹੇ ਨੇ, ਮਤਲਬ ਇੱਥੇ ਵੀ ਬੌਂਡਸ ਦੇ ਵਿੱਚ ਅਨਸੈਚੂਰੇਸ਼ਨ ਰਹੇਗੀ। ਠੀਕ ਹੈ, ਡਬਲ ਜਾਂ ਟ੍ਰਿਪਲ ਬੌਂਡ ਐਗਜ਼ਿਸਟ ਕਰੇਗਾ। ਇਲੈਕਟ੍ਰੋਨ ਪੇਅਰ ਜਿਹੜੇ ਨੇ ਇੱਥੇ ਫੁੱਲੀ ਔਰ ਕੰਪਲੀਟਲੀ ਟਰਾਂਸਫਰ ਹੋਣਗੇ, ਰਾਈਟ, ਔਰ ਯੂ ਕੈਨ ਸੇ ਕਿ ਸਟੇਬਿਲਿਟੀ ਵੱਲ ਨੂੰ ਮੂਵ ਕਰਨਗੇ, ਇਨ ਕੌਨਜੂਗੇਸ਼ਨ ਰਹਿਣਗੇ। ਆਲਟਰਨੇਟ ਕੌਨਜੂਗੇਸ਼ਨ ਮੀਨਸ ਆਲਟਰਨੇਟ ਡਬਲ ਬੌਂਡਸ ਬਣਨਗੇ, ਡਬਲ ਐਂਡ ਸਿੰਗਲ ਆਲਟਰਨੇਟ ਬੌਂਡਸ ਬਣਨਗੇ। ਠੀਕ ਹੈ, ਦਿਸ ਇਜ਼ ਦ ਬੇਸਿਕ ਵਨ। ਯੈਸ, ਯੂ ਕੈਨ ਚੈੱਕ ਹੇਅਰ ਆਲਸੋ। ਆ ਦੇਖੋ, ਆਹ ਵਾਲਾ ਬੌਂਡ ਇੱਧਰ ਨੂੰ ਸ਼ਿਫਟ ਕੀਤਾ, ਫਿਰ ਦੈਨ ਆਹ ਵਾਲਾ ਬੌਂਡ ਇੱਧਰ ਨੂੰ ਸ਼ਿਫਟ ਕੀਤਾ। ਠੀਕ ਹੈ, ਇੱਧਰ ਨੂੰ ਰਹਿ ਗਿਆ, ਅਤੇ ਇਹ ਇਲੈਕਟ੍ਰੋਨ ਫਿਰ ਫਰਦਰ ਇੱਧਰ ਨੂੰ ਸ਼ਿਫਟ ਹੋਊਗਾ, ਯਾਨੀ ਕਿ ਆਪਣੇ ਆਪ ਨੂੰ ਡਿਸਲੋਕੇਟ, ਆਪਣੀ ਲੋਕੇਸ਼ਨ ਨੂੰ ਚੇਂਜ ਕਰਦਾ ਰਹੇਗਾ। ਫਰਦਰ ਅਗੇਨ ਇਹਨੂੰ ਤੁਸੀਂ ਮੀਜ਼ੋਮੈਰਿਕ ਇਫੈਕਟ ਵੀ ਕਹਿੰਦੇ ਹੋ। ਠੀਕ ਹੈ, ਮੀਜ਼ੋਮੈਰਿਕ ਇਫੈਕਟ ਔਰ +M ਇਫੈਕਟ, ਆਈ ਐਮ ਬੇਸਿਕਲੀ ਟੈਲਿੰਗ ਇਟ +R। ਓਕੇ, +R ਅਗੇਨ ਧਿਆਨ ਰੱਖੋ ਕਿ ਪਲੱਸ ਹੈ ਤਾਂ ਡੋਨੇਟਿੰਗ ਗਰੁੱਪ ਹੋਣਗੇ ਇਹਦੇ ਵਿੱਚ ਵੀ। ਠੀਕ ਹੈ, ਇਲੈਕਟ੍ਰੋਨ ਡੋਨੇਟਿੰਗ ਗਰੁੱਪ ਪ੍ਰੈਜ਼ੈਂਟ ਹੋਣਗੇ। ਤੁਹਾਨੂੰ ਪਤਾ ਹੈ ਇਲੈਕਟ੍ਰੋਨ ਡੋਨੇਟਿੰਗ ਦੇ ਵਿੱਚ ਡੋਨੇਟਿੰਗ ਦੇ ਵਿੱਚ ਕਿਹੜੇ ਆ ਜਾਂਦੇ ਨੇ, ਆਪਣੇ ਮਿਥਾਈਲ, ਇਥਾਈਲ, ਆਹ ਵਾਲੇ ਹੈਲੋਜਨਸ, ਰਾਈਟ, ਆਹ ਵਾਲੇ ਜਿਹੜੇ ਨੇ ਆਪਣੇ ਇਲੈਕਟ੍ਰੋਨ ਡੋਨੇਟਿੰਗ ਦੇ ਵਿੱਚ ਕਾਊਂਟ ਹੋ ਜਾਂਦੇ ਨੇ। ਠੀਕ ਹੈ, -R ਦੇ ਵਿੱਚ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਜਿਹੜੇ ਨੇ ਉਹ ਪਾਰਟੀਸਿਪੇਟ ਕਰਨ। ਠੀਕ ਹੈ,
ਯੈਸ, ਹੁਣ ਕਈ ਵਾਰੀ ਕੀ ਆ ਜਾਂਦਾ, ਕੋਈ ਇਹੋ ਜਿਹਾ ਕੰਪਾਊਂਡ ਆ ਜਾਂਦਾ ਪੁੱਛਦੇ ਕਿ ਇੱਥੇ -I ਲੱਗੇਗਾ ਜਾਂ +R ਲੱਗੇਗਾ ਜਾਂ R ਲੱਗੇਗਾ ਹੈ ਨਾ, ਆਪਸ਼ਨ ਆ ਜਾਂਦਾ ਕਿ ਇੱਥੇ ਕਿਹੜਾ ਇਫੈਕਟ ਲੱਗੇਗਾ। ਸੀ ਮੈਂ ਪਹਿਲਾਂ ਵੀ ਡਿਫਰੈਂਸ ਕਲੀਅਰ ਕਰ ਚੁੱਕੀ ਹਾਂ ਕਿ ਜਿਹੜਾ I ਇਫੈਕਟ ਹੈ ਉਹ ਸਿਗਮਾ ਇਲੈਕਟ੍ਰੋਨਸ ਜਿਹੜੇ ਆ ਉਹਦੀ ਟਰਾਂਸਫਰ ਦੀ ਗੱਲ ਕਰਦਾ, ਬਟ R ਜਿਹੜਾ ਹੈ ਅਨਸੈਚੂਰੇਸ਼ਨ ਦੀ ਗੱਲ ਕਰਦਾ, ਯਾਨੀ ਕਿ ਪਾਈ ਇਲੈਕਟ੍ਰੋਨ ਦੀ ਗੱਲ ਕਰਦਾ, ਯਾਨੀ ਕਿ ਸਟੇਬਿਲਿਟੀ ਦੀ ਗੱਲ ਕਰਦਾ, ਯਾਨੀ ਕਿ ਦੂਸਰੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਕੀ ਹੁੰਦਾ, ਡਿਸਲੋਕੇਸ਼ਨ ਹੁੰਦੀ ਹੈ, ਘੁੰਮਦੇ ਨੇ। ਆਲਟਰਨੇਟ ਕੌਨਜੂਗੇਸ਼ਨ ਦੇ ਵਿੱਚ ਜਿਹੜੇ ਨੇ ਆਲਟਰਨੇਟ ਸਿੰਗਲ ਡਬਲ ਬੌਂਡ ਜਿਹੜੇ ਨੇ ਉਹ ਪਾਰਟੀਸਿਪੇਟ ਕਰਦੇ ਨੇ। ਠੀਕ ਹੈ, ਸੀ ਵੈਨ ਰੈਜ਼ੋਨੈਂਸ ਇਜ਼ ਦੇਅਰ ਦੇ ਵਿਲ ਸ਼ੋ +R। ਠੀਕ ਹੈ, ਜਦੋਂ ਵੀ ਰੈਜ਼ੋਨੈਂਸ ਆਏਗੀ, ਰੈਜ਼ੋਨੈਂਸ ਮਤਲਬ ਇੱਕ ਸਿੰਗਲ ਇੱਕ ਡਬਲ, ਇੱਕ ਸਿੰਗਲ ਇੱਕ ਡਬਲ ਬੌਂਡ ਜਿਹੜਾ ਹੈ ਆਲਟਰਨੇਟਿਵਲੀ ਚੱਲੇਗਾ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆ ਇਹਦੀ ਐਗਜ਼ਾਮਪਲ ਦੇਖ ਲਓ। ਠੀਕ ਹੈ, ਜੇ ਤਾਂ ਇਸ ਤਰ੍ਹਾਂ ਆਏਗਾ, ਠੀਕ ਹੈ, ਤੇ ਫੋਰ ਸ਼ੋਰ ਉੱਥੇ ਕੀ ਲੱਗੇਗਾ, +R ਲੱਗੇਗਾ। ਠੀਕ ਹੈ, ਜੇ ਉੱਥੇ ਕੋਈ ਰੈਜ਼ੋਨੈਂਸ ਨਹੀਂ ਹੈ, ਰੈਜ਼ੋਨੈਂਸ ਨਹੀਂ ਹੈ ਮਤਲਬ ਡਬਲ ਬੌਂਡ ਨਹੀਂ ਹੈ, ਡਬਲ ਬੌਂਡ ਦੇ ਵਿੱਚ ਹੀ ਤਾਂ ਰੈਜ਼ੋਨੈਂਸ ਸ਼ੋ ਕਰ ਸਕਦੇ ਹਾਂ ਨਾ ਅਸੀਂ, ਰਾਈਟ। ਹੁਣ ਜਦੋਂ ਰੈਜ਼ੋਨੈਂਸ ਹੀ ਨਹੀਂ ਹੈ ਤਾਂ ਉੱਥੇ ਆਪਾਂ ਕਿਹੜਾ ਇਫੈਕਟ ਦੱਸਾਂਗੇ, ਆਪਾਂ ਕਹਾਂਗੇ I ਇਫੈਕਟ ਜਿਹੜਾ ਹੈ ਉਹ ਉੱਥੇ ਲੱਗੇਗਾ। ਕਈ ਵਾਰੀ ਕੰਪਾਊਂਡ ਦੇ ਕੇ ਪੁੱਛਦਾ R ਲੱਗੇਗਾ ਜਾਂ I ਲੱਗੇਗਾ, ਤਾਂ ਇਹਦੇ ਵਿੱਚ ਬਹੁਤ ਕੋਈ ਸੋਚਣ ਵਾਲੀ ਗੱਲ ਨਹੀਂ ਹੈ। I ਮਤਲਬ ਸਿਗਮਾ ਇਲੈਕਟ੍ਰੋਨ, ਸਿਗਮਾ ਮਤਲਬ ਸਿੰਗਲ ਬੌਂਡਡ, R ਮਤਲਬ ਰੈਜ਼ੋਨੈਂਸ, ਰੈਜ਼ੋਨੈਂਸ ਮਤਲਬ ਡਬਲ ਬੌਂਡ, ਡਬਲ ਬੌਂਡ ਮਤਲਬ ਕੌਨਜੂਗੇਸ਼ਨ ਦੇ ਵਿੱਚ ਹੋਣੇ ਚਾਹੀਦੇ ਨੇ ਡਬਲ ਬੌਂਡ। ਓਕੇ, ਆਈ ਥਿੰਕ ਇੱਥੇ ਤੱਕ ਤਾਂ ਕਲੀਅਰ ਹੋ ਜਾਏਗਾ। ਉਸ ਤੋਂ ਅੱਗੇ ਗੱਲ ਕਰਦੇ ਹਾਂ ਸਟੇਬਿਲਿਟੀ ਦੀ। ਅਗੇਨ ਸਟੇਬਿਲਿਟੀ ਦੀ ਇੱਕ ਵਾਰੀ ਆਰਡਰ ਦੇਖ ਲੈਂਦੇ ਹਾਂ। ਤੁਹਾਨੂੰ ਆਲਰੇਡੀ ਮੈਂ ਕਾਰਬੋਕੇਟਾਇਨ ਦਾ ਆਰਡਰ ਦੱਸਿਆ ਕਿ 3 ਡਿਗਰੀ ਜਿਹੜਾ ਹੈ ਉਹ ਮੋਰ ਸਟੇਬਲ ਹੁੰਦਾ 2 ਡਿਗਰੀ ਨਾਲੋਂ, ਯੈਸ 2 ਡਿਗਰੀ ਨਾਲੋਂ, ਐਂਡ 2 ਡਿਗਰੀ ਮੋਰ ਸਟੇਬਲ ਹੈ 1 ਡਿਗਰੀ ਨਾਲੋਂ। ਠੀਕ ਹੈ, ਨਾਓ ਦੇਖੋ ਇਹ ਜਿਹੜਾ ਕਾਰਬੋਕੇਟਾਇਨ ਹੈ, ਦਿਸ ਇਜ਼ 3 ਡਿਗਰੀ ਕਾਰਬੋਕੇਟਾਇਨ, ਦਿਸ ਇਜ਼ 1 ਡਿਗਰੀ ਕਾਰਬੋਕੇਟਾਇਨ, ਦਿਸ ਇਜ਼ ਅਗੇਨ 1 ਡਿਗਰੀ, right, and this last one is also 1 degree ਕਾਰਬੋਕੇਟਾਇਨ। ਬਟ ਹੁਣ ਜੇ ਮੈਂ ਕਹਾਂ, ਤੁਸੀਂ ਕਹੋ ਕਿ ਜੇ ਇੱਥੇ ਹੁੰਦਾ ਕਿ 3 ਡਿਗਰੀ 2 ਡਿਗਰੀ 1 ਡਿਗਰੀ, ਫਿਰ ਤਾਂ ਅਸੀਂ ਕਾਰਬੋਕੇਟਾਇਨ ਦੀ ਸਟੇਬਿਲਿਟੀ ਬੜੀ ਈਜ਼ੀਲੀ ਦੱਸ ਸਕਦੇ ਹਾਂ ਕਿ 3 ਡਿਗਰੀ ਇਜ਼ ਮੋਰ ਸਟੇਬਲ ਦੈਨ 2 ਵਿਚ ਇਜ਼ ਫਰਦਰ ਮੋਰ ਸਟੇਬਲ ਦੈਨ 1। ਠੀਕ ਹੈ, ਬਟ ਹੁਣ ਇੱਥੇ ਗੱਲ ਕੀ ਹੋ ਰਹੀ ਹੈ, ਇੱਥੇ ਗੱਲ ਹੋ ਰਹੀ ਹੈ ਕਿ ਇੱਕ ਆਪਣੇ ਕੋਲ 3 ਹੈ ਅਤੇ ਬਾਕੀ ਸਾਰੇ ਆਪਣੇ ਕੋਲ ਕੀ ਹੈ 1 ਡਿਗਰੀ ਨੇ। ਤਾਂ ਪਹਿਲਾਂ ਤਾਂ ਅੱਖਾਂ ਬੰਦ ਕਰਕੇ 3 ਡਿਗਰੀ ਵਾਲਾ ਸਭ ਤੋਂ ਜ਼ਿਆਦਾ ਸਟੇਬਲ, ਰਾਈਟ। ਤਾਂ ਸਭ ਤੋਂ ਪਹਿਲਾਂ ਫਸਟ ਨੰਬਰ ਵਾਲਾ ਯਾਨੀ ਕਿ 3 ਡਿਗਰੀ ਵਾਲਾ ਸਭ ਤੋਂ ਜ਼ਿਆਦਾ ਸਟੇਬਲ ਹੋ ਗਿਆ। ਹੁਣ ਗੱਲ ਰਹੀ ਹੈ ਕਿ ਬਾਕੀ ਜਿਹੜੇ ਨੇ, ਠੀਕ ਹੈ, ਹੁਣ ਬਾਕੀਆਂ ਦੇ ਵਿੱਚ ਜਿਹੜਾ ਸੈਕਿੰਡ ਵਾਲਾ ਦੇਖੋ ਉਹਦੇ ਨਾਲ ਇੱਕ ਫਿਨਾਈਲ ਗਰੁੱਪ ਲੱਗਿਆ, ਦੈਟ ਇਜ਼ C6H5। ਹੁਣ ਤੁਹਾਨੂੰ ਇਹ ਵੀ ਪਤਾ ਹੈ ਕਿ ਫਿਨਾਈਲ ਗਰੁੱਪ ਹੈ, ਇੱਥੇ ਰੈਜ਼ੋਨੈਂਸ ਇਫੈਕਟ ਲੱਗ ਰਿਹਾ ਹੋਏਗਾ ਕਿਉਂਕਿ ਆਲਟਰਨੇਟ ਡਬਲ ਸਿੰਗਲ ਬੌਂਡ ਹੋਣਗੇ। ਠੀਕ ਹੈ, ਕੰਜੂਗੇਸ਼ਨ ਦੇ ਵਿੱਚ ਹੋਣਗੇ, ਇੱਥੇ R ਇਫੈਕਟ ਆਏਗਾ, ਯਾਨੀ ਕਿ ਅਤੇ ਦੂਸਰਾ ਦੇਖੋ ਥਰਡ ਵਾਲਾ ਦੇਖੋ ਉੱਥੇ ਸਿਰਫ ਇੱਕ ਮਿਥਾਈਲ ਗਰੁੱਪ ਹੀ ਲੱਗਿਆ, ਉਹਦਾ ਇੰਨਾ ਕੋਈ ਖਾਸ ਇਫੈਕਟ ਨਹੀਂ ਹੋਏਗਾ। ਅਤੇ ਇੱਕ ਜਿਹੜਾ ਹੈ ਸੀ ਦਿਸ ਵਨ, ਯੈਸ, ਇੱਕ ਆ ਜਿਹੜਾ ਫੋਰਥ ਵਾਲਾ ਹੈ, ਇਹ ਵਾਲਾ ਦੇਖੋ CH2 ਡਬਲ ਬੌਂਡ CH ਸਿੰਗਲ ਬੌਂਡ CH2, ਆ ਵੀ 1 ਡਿਗਰੀ ਹੈ। ਦੇਖੋ ਇੱਥੇ ਵੀ ਕੌਨਜੂਗੇਸ਼ਨ ਆਏਗੀ, ਦੇਖੋ ਡਬਲ ਸਿੰਗਲ ਆਲਟਰਨੇਟ ਬੌਂਡ ਹੈ, ਰੈਜ਼ੋਨੈਂਸ ਇੱਥੇ ਵੀ ਹੋਏਗੀ, ਬਟ ਤੁਹਾਨੂੰ ਪਤਾ ਹੈ ਕਿ ਜਿਹੜਾ ਬੈਂਜ਼ੀਨ ਦਾ ਰੈਜ਼ੋਨੈਂਸ ਸਟੇਬਲਾਈਜ਼ ਸਟਰਕਚਰ ਹੁੰਦਾ ਉਹ ਮੋਰ ਸਟੇਬਲ ਹੁੰਦਾ ਹੈ ਦੈਨ ਐਲੀਫੈਟਿਕ ਨਾਲੋਂ। ਠੀਕ ਹੈ, ਜਾਂ ਆਪਾਂ ਇਹ ਗੱਲ ਬੋਲ ਸਕਦੇ ਹਾਂ ਕਿ ਇੱਥੇ ਜਿਹੜਾ ਇਫੈਕਟ ਲੱਗੇਗਾ ਰੈਜ਼ੋਨੈਂਸ ਜਿਹੜੀ ਹੈ ਉਹ ਜ਼ਿਆਦਾ ਸਟੇਬਲ ਕਰ ਦੇਗੀ ਕੰਪਾਊਂਡ ਨਾਲੋਂ, ਬਟ ਜਿਹੜਾ ਆਪਣਾ ਕਾਰਬੋਕੇਟਾਇਨ ਦਾ ਟਰੈਂਡ ਹੈ ਉਹ ਤਾਂ ਚੱਲੇਗਾ ਹੀ, ਰਾਈਟ। 3 ਡਿਗਰੀ ਵਾਲਾ ਹਮੇਸ਼ਾ ਸਭ ਤੋਂ ਜ਼ਿਆਦਾ ਸਟੇਬਲ ਰਹੇਗਾ, ਇਸ ਲਈ ਪਹਿਲਾਂ ਤਾਂ 3 ਡਿਗਰੀ ਵਾਲਾ ਸਟੇਬਲ ਕਰਦਾ, ਫਿਰ ਰੈਜ਼ੋਨੈਂਸ ਵਾਲਾ ਕਿਹੜਾ ਫਿਨਾਈਲ ਦੀ ਰੈਜ਼ੋਨੈਂਸ ਵਾਲਾ, ਦੈਨ ਅਗੇਨ ਰੈਜ਼ੋਨੈਂਸ ਵਾਲਾ ਫੋਰਥ ਵਾਲਾ, ਫਿਰ ਸਭ ਤੋਂ ਘੱਟ ਕਿਹੜਾ ਹੋਏਗਾ 1 ਡਿਗਰੀ ਵਾਲਾ, ਜਿੱਥੇ ਕੋਈ ਨਾ ਰੈਜ਼ੋਨੈਂਸ ਹੈ ਨਾ ਕੁਛ ਹੈ, ਸਿਰਫ 1 ਡਿਗਰੀ ਪਿਆ ਆਪਣੇ ਕੋਲ, ਉੱਥੇ ਕੋਈ ਰੈਜ਼ੋਨੈਂਸ ਨਹੀਂ ਹੈ। ਸਿਰਫ ਰੈਜ਼ੋਨੈਂਸ ਦੀ ਗੱਲ ਚੈੱਕ ਕਰਨੀ ਸੀ ਅਸੀਂ ਸੈਕਿੰਡ ਅਤੇ ਫੋਰਥ ਦੇ ਵਿੱਚ, ਅਤੇ ਉਹਨਾਂ ਦੇ ਵਿੱਚੋਂ ਸੈਕਿੰਡ ਵਾਲਾ ਜਿਹੜਾ ਹੈ ਉਹ ਮੋਰ ਸਟੇਬਲ ਹੋਏਗਾ ਕਿਉਂਕਿ ਉੱਥੇ ਫਿਨਾਈਲ ਰਿੰਗ ਲੱਗੀ ਹੋਈ ਹੈ। ਠੀਕ ਹੈ, ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਹਾਈਪਰ ਕੰਜੂਗੇਸ਼ਨ ਦੀ, ਨੋ ਬੌਂਡ ਰੈਜ਼ੋਨੈਂਸ। ਕਿਉਂ ਨੋ ਬੌਂਡ ਰੈਜ਼ੋਨੈਂਸ ਇਹਨੂੰ ਆਪਾਂ ਕਹਿੰਦੇ ਹਾਂ? ਠੀਕ ਹੈ, ਇਹਦੇ ਵਿੱਚ ਕੀ ਹੈ, ਸਿਗਮਾ ਅਤੇ ਪਾਈ ਦੋਨੋਂ ਇਨਵੋਲਵ ਹੋਣਗੇ। ਠੀਕ ਹੈ, ਮਤਲਬ ਬੌਂਡ ਜਿਹੜਾ ਸੈਚੂਰੇਟਿਡ ਅਨਸੈਚੂਰੇਸ਼ਨ ਦੋਨੋਂ ਬੌਂਡ ਜਿਹੜੇ ਇਨਵੋਲਵ ਹੋਣਗੇ। ਬਾਕੀ ਇਹਨੂੰ ਬੇਕਨ ਐਥਨ ਇਫੈਕਟ ਵੀ ਕਿਹਾ ਜਾਂਦਾ ਹੈ, ਉਹਦੀ ਕੋਈ ਖਾਸ ਇੰਪੋਰਟੈਂਸ ਨਹੀਂ ਹੈ। ਠੀਕ ਹੈ, ਹੁਣ ਇਟ ਇਨਵੋਲਵਸ ਦ ਡੀਲੋਕਲਾਈਜੇਸ਼ਨ ਹੁੰਦਾ, ਇੱਥੇ ਵੀ ਡਿਸਲੋਕੇਟ ਹੀ ਹੈ। ਠੀਕ ਹੈ, ਡੀਲੋਕਲਾਈਜ਼ ਹੋ ਜਾਂਦੀਆਂ ਚੀਜ਼ਾਂ ਇੱਥੇ ਵੀ। ਕੀ ਹੈ ਕਿ ਸਿਗਮਾ CH ਇਲੈਕਟ੍ਰੋਨ ਵਿਦ ਪਾਈ ਇਲੈਕਟ੍ਰੋਨ
ਅੱਗੇ ਜਾ ਕੇ ਪਤਾ ਲੱਗੇਗਾ ਵਾਟ ਇਜ਼ ਸਿਗਮਾ CH ਇਲੈਕਟ੍ਰੋਨ ਐਂਡ ਪਾਈ ਇਲੈਕਟ੍ਰੋਨ, ਦੋਨੋਂ ਜਿਹੜੇ ਨੇ ਉਹ ਕੰਜੂਗੇਸ਼ਨ ਦੇ ਵਿੱਚ ਹੁੰਦੇ ਨੇ। ਠੀਕ ਹੈ, ਦੇ ਆਰ ਇਨ ਕੰਜੂਗੇਸ਼ਨ। ਇਟ ਇਜ਼ ਆਲਸੋ ਨੋਨ ਐਜ਼ ਸਿਗਮਾ ਪਾਈ ਕੰਜੂਗੇਸ਼ਨ ਵੀ ਇਹਨੂੰ ਕਿਹਾ ਜਾਂਦਾ ਹੈ। ਠੀਕ ਹੈ, ਹੁਣ ਇਹਦੇ ਵਿੱਚ ਬੇਸਿਕਲੀ ਹੁੰਦਾ ਕੀ ਹੈ ਉਹ ਦੇਖਦੇ ਹਾਂ। ਠੀਕ ਹੈ, ਇਹਦੇ ਵਿੱਚ ਕੀ ਹੁੰਦਾ ਹੈ, ਮੈਂ ਤੁਹਾਨੂੰ ਦੱਸਿਆ ਕਿ ਸਿਗਮਾ ਅਤੇ ਪਾਈ ਦੋਨੋਂ ਮੂਵ ਕਰਦੇ ਨੇ। ਸਿਗਮਾ ਇਲੈਕਟ੍ਰੋਨ ਕਿਹਦੇ, CH ਬੌਂਡ ਦੇ, ਸੀ ਆਪਣੇ ਕੋਲ CH3 ਪਿਆ। ਠੀਕ ਹੈ, ਪਹਿਲਾਂ ਦੇਖੋ ਕਿ ਇਹ ਡਬਲ ਬੌਂਡ ਹੈ, ਇਹਦੇ ਕੋਲ ਪਾਈ ਇਲੈਕਟ੍ਰੋਨ ਪਏ ਨੇ। ਠੀਕ ਹੈ, ਇਹਦੇ ਨਾਲ ਜਿਹੜਾ CH ਹੈ, ਦੇਖੋ ਕੰਜੂਗੇਸ਼ਨ ਦੇ ਲਈ ਆਲਟਰਨੇਟ ਸਿੰਗਲ ਅਤੇ ਡਬਲ ਬੌਂਡ। ਆਲਟਰਨੇਟ ਮਤਲਬ ਜੇ ਇੱਕ ਆ ਇੱਧਰ ਡਬਲ ਹੈ ਅਤੇ ਇਹਦੀ ਆਲਟਰਨੇਟ ਦੇ ਨਾਲ ਇੱਕ ਸਿੰਗਲ ਪਿਆ। ਠੀਕ ਹੈ, ਹੁਣ ਇਹ ਹੋ ਗਿਆ ਕੰਜੂਗੇਸ਼ਨ ਦੇ ਵਿੱਚ। ਠੀਕ ਹੈ, ਹੁਣ ਕੀ ਹੋਏਗਾ ਕਿ ਮੂਵਮੈਂਟ ਹੋਏਗੀ ਕਿੱਥੋਂ, ਸਿਗਮਾ ਤੋਂ ਪਾਈ ਦੇ ਵੱਲ। ਠੀਕ ਹੈ, ਦੇਖੋ ਹੁਣ ਟਰਾਂਸਫਰ ਕਰਨ ਨੂੰ ਤਾਂ ਅਸੀਂ ਇਹ ਵਾਲਾ ਬੌਂਡ ਵੀ ਟਰਾਂਸਫਰ ਕਰ ਸਕਦੇ ਹੋ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈ। ਠੀਕ ਹੈ, ਬਟ ਆਹ ਵਾਲਾ ਜਿਹੜਾ ਹੈ ਆ ਨਹੀਂ ਹੋ ਸਕਦਾ, ਕਿਉਂਕਿ ਆਹ ਜਿਹੜਾ H ਹੈ ਇਹ ਇਸ ਸਾਈਡ ਨੂੰ ਲੱਗਿਆ ਹੈ। ਠੀਕ ਹੈ, ਹੁਣ ਦੇਖੋ ਆਹ ਵਾਲਾ H ਜਿਹੜਾ ਹੈ ਆਪਣੇ ਇਲੈਕਟ੍ਰੋਨ ਇਸ ਬੌਂਡ ਨੂੰ CH ਵਾਲੇ ਨੂੰ, ਦੇਖੋ CH ਬੌਂਡ ਦਾ ਪਾਈ ਇਲੈਕਟ੍ਰੋਨ ਟਰਾਂਸਫਰ ਕਰੇਗਾ ਕਿਹਨੂੰ, ਇੱਧਰ। ਠੀਕ ਹੈ, ਵਿੱਚ ਫਰਦਰ ਕੀ ਹੋਏਗਾ, ਜਿਹੜਾ ਡਬਲ ਬੌਂਡ ਹੈ ਉਹ ਆਪਣੀ ਇਲੈਕਟ੍ਰੋਨ ਜਿਹੜੇ ਆ ਉਹ ਫਰਦਰ ਜਿਹੜੇ ਹੈ ਟਰਾਂਸਫਰ ਕਰੇਗਾ। ਦੈਟ ਇਜ਼ ਸਿਗਮਾ CH ਇਜ਼ ਇਨ ਕੰਜੂਗੇਸ਼ਨ ਵਿਦ ਪਾਈ ਬੌਂਡ। ਠੀਕ ਹੈ, ਇਸ ਕਰਕੇ ਅਸੀਂ ਇਹਨੂੰ ਕਹਿੰਦੇ ਹਾਂ ਨੋ ਬੌਂਡ ਰੈਜ਼ੋਨੈਂਸ, ਕੋਈ ਬੌਂਡ ਨਹੀਂ ਬਣਦਾ ਇਹਦੇ ਵਿੱਚ। ਦੇਖੋ ਆ ਜਦੋਂ H ਨੇ ਆਪਣੇ ਇਲੈਕਟ੍ਰੋਨ ਦੇ ਦਿੱਤੇ, ਵਿਚਾਰਾ ਇਕੱਲਾ ਰਹਿ ਗਿਆ, ਪੋਜ਼ੀਟਿਵ ਚਾਰਜ ਅਲੋਨ, ਰਾਈਟ, ਇੱਥੇ ਕੋਈ ਵੀ ਬੌਂਡ ਜਿਹੜਾ ਹੈ ਉਹ ਨਹੀਂ ਬਣ ਪਾਇਆ, ਨੋ ਬੌਂਡ ਰੈਜ਼ੋਨੈਂਸ। ਓਕੇ, ਉਸ ਤੋਂ ਬਾਅਦ ਜਿੰਨੇ ਜ਼ਿਆਦਾ CH ਬੌਂਡ ਹੋਣਗੇ ਕੰਜੂਗੇਸ਼ਨ ਦੇ ਵਿੱਚ ਵਿਦ ਡਬਲ ਬੌਂਡ, ਕੰਜੂਗੇਸ਼ਨ ਵਿਦ ਡਬਲ ਬੌਂਡ ਦਾ ਮਤਲਬ ਤੁਸੀਂ ਸਮਝ ਰਹੇ ਹੋ ਕਿ ਇੱਥੇ ਆਪਣੇ ਕੋਲ ਤਿੰਨ ਜਿਹੜੇ ਨੇ, ਇੱਥੇ ਆਪਣੇ ਕੋਲ 3 CH ਬੌਂਡ ਸੀਗੇ ਵਿਚ ਆਰ ਇਨ ਕੰਜੂਗੇਸ਼ਨ ਵਿਦ ਡਬਲ ਬੌਂਡ। ਠੀਕ ਹੈ, ਤਿੰਨਾਂ 'ਚੋਂ ਕੋਈ ਵੀ ਜਿਹੜਾ ਹੈ ਆਪਣੇ ਇਲੈਕਟ੍ਰੋਨ ਅੱਗੇ ਟਰਾਂਸਫਰ ਕਰ ਸਕਦਾ ਸੀ, ਤਾਂ ਕਿ ਜਿਹੜਾ ਡਬਲ ਬੌਂਡ ਹੈ ਉਹ ਅੱਗੇ ਫਰਦਰ ਆਪਣੇ ਇਲੈਕਟ੍ਰੋਨ ਟਰਾਂਸਫਰ ਕਰ ਸਕੇ। ਠੀਕ ਹੈ, ਹੁਣ ਇੱਧਰ ਦੇਖੋ ਜਿੰਨੇ ਜ਼ਿਆਦਾ ਕੀ ਹੋਣਗੇ ਬੌਂਡ ਹੋਣਗੇ, ਜਿੰਨੇ ਜ਼ਿਆਦਾ ਸਿਗਮਾ CH ਬੌਂਡ ਹੋਣਗੇ ਕੰਜੂਗੇਸ਼ਨ ਦੇ ਵਿੱਚ ਵਿਦ ਡਬਲ ਬੌਂਡ, ਓਨੀ ਹੀ ਜ਼ਿਆਦਾ ਕੀ ਹੋਏਗੀ, ਸਟੇਬਿਲਿਟੀ ਹੋਏਗੀ। ਡਨ, ਅੱਗੇ ਚੱਲਦੇ ਹਾਂ ਐਪਲੀਕੇਸ਼ਨ ਦੇ ਵਿੱਚ। ਐਪਲੀਕੇਸ਼ਨ ਬਹੁਤ ਈਜ਼ੀ ਹੈ। ਦੇਖੋ ਹੁਣ but2ene ਲੈ ਲਿਆ ਅਤੇ but1ene ਲੈ ਲਿਆ, ਕਹਿੰਦਾ ਸਭ ਤੋਂ ਜ਼ਿਆਦਾ ਸਟੇਬਲ ਕਿਹੜਾ ਦੋਨਾਂ ਦੇ ਵਿੱਚ, ਜਿਹਦੇ ਕੋਲ ਜ਼ਿਆਦਾ ਸਿਗਮਾ CH ਬੌਂਡ ਇਲੈਕਟ੍ਰੋਨ ਹੋਣਗੇ ਉਹੀ ਸਭ ਤੋਂ ਜ਼ਿਆਦਾ ਕੀ ਹੋਏਗਾ, ਸਟੇਬਲ ਹੋਏਗਾ। ਇੱਥੇ ਦੇਖ ਸਕਦੇ ਹਾਂ, ਦੇਖੋ ਡਬਲ ਬੌਂਡ ਇੱਥੇ ਪਿਆ ਆਪਣਾ। ਠੀਕ ਹੈ, ਇਹਦੀ ਸਾਈਡ 'ਤੇ ਦੇਖੋ ਤਾਂ ਇਹਦੇ ਕੋਲ ਆਪਣੇ ਕੋਲ 1 2 3 ਪਏ ਨੇ, ਇੱਥੇ ਵੀ 1 2 3, ਯਾਨੀ ਕਿ ਟੋਟਲ 6 ਸਿਗਮਾ CH ਬੌਂਡ ਜਿਹੜੇ ਨੇ ਡਬਲ ਬੌਂਡ ਦੇ ਕੋਲ ਹੈਗੇ ਨੇ। ਬਟ ਇੱਥੇ ਜੇ ਗੱਲ ਕਰਾਂ, ਠੀਕ ਹੈ, ਇੱਥੇ ਕੀ ਹੈ, ਇੱਥੇ ਦੇਖੋ 1 2 3 4 5। ਠੀਕ ਹੈ, ਯੈਸ, ਇੱਕ ਵਾਰੀ ਫਿਰ ਦੱਸਦੀ ਹਾਂ, ਰੁਕੋ। ਯੈਸ, ਦੇਖੋ ਆ ਜਿਹੜਾ ਡਬਲ ਬੌਂਡ ਹੈ ਇਹਦੇ ਨਾਲ ਜਿਹੜੇ C ਨੇ ਇਹਨਾਂ ਦਾ ਤਾਂ ਕਾਊਂਟ ਹੋਣਾ ਨਹੀਂ। ਠੀਕ ਹੈ, ਕਿਉਂਕਿ ਇਹਨਾਂ ਦੇ ਇਹ ਤਾਂ ਡਬਲ ਬੌਂਡ ਤਾਂ ਇਹਨਾਂ ਦੇ ਦੋਨਾਂ ਦੇ ਵਿੱਚ ਹੀ ਬਣਿਆ। ਇਹਦੇ ਨਾਲ ਵਾਲਾ ਕਾਰਬਨ ਜਿਹੜਾ ਉਹਨਾਂ ਦੇ CH ਬੌਂਡ ਅਸੀਂ ਕਾਊਂਟ ਕਰਨੇ ਆ। ਇਹਨਾਂ ਦੇ ਨਾਲ ਜਿਹੜਾ ਕਾਰਬਨ ਹੈ ਉਹ ਦੇਖੋ 3 CH ਬੌਂਡ ਨੇ, ਇਹਨਾਂ ਦੇ ਕੋਲ ਜਿਹੜਾ ਉਹਦੇ ਕੋਲ ਵੀ 3 ਨੇ, ਮਤਲਬ ਕਿ ਦੋਨਾਂ ਕੋਲ ਕੀ ਹੋ ਗਏ, 6 ਹੋ ਗਏ। ਹੁਣ ਇੱਧਰ ਆਓ, ਇਹ ਜਿਹੜੇ 2 ਕਾਰਬਨ ਨੇ ਇਹਨਾਂ ਦਾ ਤਾਂ ਆਪਸ 'ਚ ਕਾਊਂਟ ਹੋਣਾ ਨਹੀਂ। ਇਹਨਾਂ ਦੇ ਵਿੱਚ ਕੀ ਹੈ, ਇਹਦੇ ਨਾਲ ਤਾਂ ਅੱਗੇ ਕੋਈ ਕਾਰਬਨ ਹੈ ਨਹੀਂ, ਤਾਂ ਇਹ ਵਿਚਾਰਾ ਤਾਂ ਇਕੱਲਾ ਰਹਿ ਗਿਆ। ਠੀਕ ਹੈ, ਹੁਣ ਆਪਾਂ ਕੀ ਕਰਨਾ, ਇਹਦੇ ਨਾਲ ਜਿਹੜਾ ਕਾਰਬਨ ਹੈ ਸਿਰਫ ਉਹਦੇ CH ਬੌਂਡ ਦੇਖਣੇ, ਕਿਉਂਕਿ ਉਹੀ ਕੰਜੂਗੇਸ਼ਨ ਦੇ ਵਿੱਚ ਆ ਸਕਦੇ ਨੇ, ਆਲਟਰਨੇਟ ਚਾਹੀਦੇ ਆਪਾਂ ਨੂੰ। ਠੀਕ ਹੈ, ਅਤੇ ਇਹ ਤਾਂ ਡਿਸਕਾਰਡ ਹੋ ਗਿਆ, ਇਹਦੀ ਲੋੜ ਹੀ ਨਹੀਂ। ਅਤੇ ਇੱਧਰ ਕਿੰਨੇ ਬਚੇ, 2, ਯਾਨੀ ਕਿ ਇੱਥੇ ਕਿੰਨੇ ਨੇ, 2 CH ਬੌਂਡ ਨੇ। ਉਹਨੇ ਕਿਹਾ ਜਿੰਨੇ ਜ਼ਿਆਦਾ CH ਸਿਗਮਾ ਬੌਂਡ ਹੋਣਗੇ ਕੰਜੂਗੇਸ਼ਨ ਦੇ ਵਿੱਚ ਓਨੀ ਜ਼ਿਆਦਾ ਸਟੇਬਿਲਿਟੀ, ਯਾਨੀ ਕਿ 6 ਵਾਲਾ ਜਿਹੜਾ ਹੈ ਉਹ ਮੋਰ ਸਟੇਬਲ ਰਹੇਗਾ। ਠੀਕ ਹੈ ਜੀ, ਆ ਬਾਕੀ ਕੰਡੀਸ਼ਨਸ ਨੇ, ਉਹੀ ਗੱਲਾਂ ਬਾਰ-ਬਾਰ ਰਿਪੀਟ ਕਰਦਾ ਪਿਆ ਇਹ ਕਿ ਆਲਟਰਨੇਟ ਡਬਲ ਸਿੰਗਲ ਬੌਂਡ ਹੋਣੇ ਚਾਹੀਦੇ ਆ, ਡਬਲ ਸਿੰਗਲ ਡਬਲ। ਠੀਕ ਹੈ,
ਜਾਂ ਰੈਡੀਕਲ ਹੋਵੇ ਤਾਂ ਵੀ ਗੱਲ ਚੱਲੇਗੀ। ਰੈਡੀਕਲ ਕਿੱਦਾਂ ਬਣੇਗਾ ਦੱਸਾਂਗੀ। ਕਾਰਬੋਕਟਾਇਨ ਜਿਹੜਾ ਹੈ ਹੋਵੇ ਤਾਂ ਵੀ ਗੱਲ ਚੱਲੇਗੀ ਕਿ ਹਾਂ ਠੀਕ ਹੈ ਡਬਲ। ਦੇਖੋ ਬਟ ਕੰਡੀਸ਼ਨ ਦੇ ਵਿੱਚ ਆਹ ਵਾਲੀ ਕੰਡੀਸ਼ਨ ਮਸਟ ਹੈ ਰੈਜ਼ੋਨੈਂਸ ਦੇ ਲਈ, ਕਿਹੜੀ? ਡਬਲ ਸਿੰਗਲ ਬੌਂਡ। ਕੌਨਜੂਗੇਸ਼ਨ ਇਜ਼ ਮਸਟ, ਠੀਕ ਹੈ। ਬਾਕੀ ਫਰਦਰ ਉਹ ਇਲੈਕਟ੍ਰੋਨ ਨਾਲ ਹੋਵੇ, ਕਾਰਬੋਕਟਾਇਨ ਆ ਜਾਵੇ, ਕਿਉਂਕਿ ਕਈ ਵਾਰੀ ਅਸੀਂ ਕਰਦੇ ਹਾਂ ਨਾ, ਦੇਖੋ ਫਿਨੋਲ ਜਦੋਂ ਆਪਾਂ ਇੱਥੇ ਡਰੋ ਕਰਦੇ ਹਾਂ ਜਾਂ ਕੁਛ ਵੀ ਕੋਈ ਵੀ ਬੈਂਜ਼ੀਨ ਡਰੋ ਕਰ ਲਓ ਹੈ ਨਾ, ਆਪਾਂ ਜਦੋਂ ਇੱਥੇ ਉਹਨਾਂ ਦੇ 2 ਇਲੈਕਟ੍ਰੋਨ ਡਰੋ ਕਰ ਲੈਂਦੇ ਹਾਂ, ਕਈ ਵਾਰੀ ਉਹਨੂੰ ਟਰਾਂਸਫਰ ਕਰਾਉਂਦੇ ਹਾਂ, ਕਈ ਵਾਰੀ ਪੋਜ਼ੀਟਿਵ ਚਾਰਜ ਕਰ ਲੈਂਦੇ ਹਾਂ ਉਹਨੂੰ ਟਰਾਂਸਫਰ ਕਰਾਉਂਦੇ ਹਾਂ, ਕਈ ਵਾਰੀ ਆਪਾਂ ਨੈਗੇਟਿਵ ਚਾਰਜ ਬਣਾ ਲੈਂਦੇ ਹਾਂ ਉੱਪਰ ਉਹਨੂੰ ਟਰਾਂਸਫਰ ਕਰਾਉਂਦੇ ਹਾਂ, ਉਹ ਤਾਂ ਚੱਲੇਗਾ, ਉਹ ਕੋਈ ਗੱਲ ਨਹੀਂ ਹੈ, ਉਹਦੇ ਨਾਲ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ, ਠੀਕ ਹੈ। ਜਿਹੜਾ ਕੁਛ ਮਰਜ਼ੀ ਕਰਾਈ ਚੱਲੋ, ਉਹ ਕੋਈ ਆਪਣਾ ਨਾ ਲਿੰਕ ਨਹੀਂ ਉਹਦੇ ਨਾਲ, ਬਟ ਕੰਡੀਸ਼ਨ ਇਜ਼ ਮਸਟ ਇਜ਼ ਡਬਲ ਸਿੰਗਲ ਬੌਂਡ, ਠੀਕ ਹੈ ਜੀ। ਬਸ ਫਿਰ ਮੇਨ ਟੌਪਿਕ ਆ ਗਿਆ ਆਪਣਾ ਅੱਗੇ। ਬੌਂਡ ਫਿਊਜ਼ਨ 2 ਤਰ੍ਹਾਂ ਦੀ ਹੈ। ਬੌਂਡ ਫਿਊਜ਼ਨ ਦੇ ਵਿੱਚ ਕੁਛ ਵੀ ਨਹੀਂ ਹੈ, ਹੋਮੋਲਿਟਿਕ ਅਤੇ ਹਾਈਡਰੋਲਿਟਿਕ 2 ਤਰ੍ਹਾਂ ਦੀਆਂ ਨੇ। ਹੋਮੋਲਿਟਿਕ ਮਤਲਬ ਜਦੋਂ ਵੀ ਕੋਈ ਬੌਂਡ ਟੁੱਟੇਗਾ, ਸਪੋਜ਼ ਆਹ ਵਾਲਾ ਬੌਂਡ ਟੁੱਟਿਆ, ਇੱਕ ਦੇਖੋ ਬੌਂਡ ਕਿੱਦਾਂ ਬਣਦਾ ਹੈ, ਇੱਕ ਇਲੈਕਟ੍ਰੋਨ ਇਹਦਾ ਹੁੰਦਾ, ਇੱਕ ਇਲੈਕਟ੍ਰੋਨ ਇਹਦਾ। ਜਦੋਂ ਵੀ ਬੌਂਡ ਵਿੱਚੋਂ ਟੁੱਟਿਆ, ਆਹ ਆਪਣਾ ਇਲੈਕਟ੍ਰੋਨ ਲੈ ਕੇ ਸਾਈਡ ਹੋ ਗਿਆ, ਆਹ ਵਾਲਾ ਆਪਣਾ ਇਲੈਕਟ੍ਰੋਨ ਲੈ ਕੇ ਸਾਈਡ ਹੋ ਗਿਆ, ਯਾਨੀ ਕਿ ਫਰੀ ਰੈਡੀਕਲ ਹੋਮੋਲਿਟਿਕ ਦੇ ਵਿੱਚ ਕ੍ਰੀਏਟ ਹੋ ਗਏ। ਬਟ ਜੇ ਆਹੀ ਗੱਲ ਮੈਂ ਹਾਈਡਰੋਲਿਟਿਕ ਦੇ ਵਿੱਚ ਕਰਾਂ ਕਿ ਜਦੋਂ ਵੀ ਬੌਂਡ ਟੁੱਟੇਗਾ, ਇਹਨਾਂ ਵਿੱਚੋਂ ਇੱਕ ਇੰਨਾ ਜ਼ਿਆਦਾ ਹੁਸ਼ਿਆਰ ਹੋਏਗਾ ਕਿ ਕੀ ਕਰੇਗਾ, ਉਹ ਦੋਨੋਂ ਦੇ ਦੋਨੋਂ ਇਲੈਕਟ੍ਰੋਨ ਲੈ ਕੇ ਸਾਈਡ ਹੋ ਜਾਏਗਾ, ਯਾਨੀ ਕਿ ਇੱਕ ਨੂੰ ਡੈਫੀਸ਼ੈਂਟ ਕਰ ਦੇਗਾ ਅਤੇ ਆਪ ਕੀ ਹੋ ਜਾਏਗਾ, ਉਹ ਇਲੈਕਟ੍ਰੋਨ ਰਿਚ ਹੋ ਜਾਏਗਾ, ਯਾਨੀ ਕਿ ਇੱਕ ਕਾਰਬੋਕਟਾਇਨ ਬਣ ਜਾਏਗਾ ਅਤੇ ਇੱਕ ਕਾਰਬੋ ਅਨਾਇਨ ਬਣ ਜਾਏਗਾ। ਬਾਕੀ ਕਾਰਬੋਕਟਾਇਨ ਕਾਰਬੋ ਅਨਾਇਨ ਦੀ ਸਟੇਬਿਲਿਟੀ ਆਪਾਂ ਦੇਖ ਚੁੱਕੇ ਹਾਂ। ਕਾਰਬੋਕਟਾਇਨ ਇਜ਼ 3 ਡਿਗਰੀ 2 ਡਿਗਰੀ 1 ਡਿਗਰੀ ਐਂਡ ਕਾਰਬੋ ਅਨਾਇਨ ਇਜ਼ 1 ਡਿਗਰੀ 2 ਡਿਗਰੀ ਐਂਡ 3 ਡਿਗਰੀ। ਇੱਕ ਚੀਜ਼ ਹੋਰ, ਕਾਰਬੋਕਟਾਇਨ ਦੀ ਹਾਈਬ੍ਰਿਡਾਈਜੇਸ਼ਨ ਪੁੱਛੀ ਜਾਵੇ ਤਾਂ sp2, ਕਾਰਬੋ ਅਨਾਇਨ ਦੀ ਪੁੱਛੀ ਜਾਵੇ ਤਾਂ sp3 ਹੁੰਦੀ ਹੈ। ਉਸ ਤੋਂ ਇਲਾਵਾ ਇੱਕ ਆਪਣੇ ਕੋਲ ਕਾਰਬੀਨ ਆ ਜਾਂਦੀਆਂ। ਕਾਰਬੀਨ ਆਪਣੇ ਕੋਲ 2 ਤਰ੍ਹਾਂ ਦੀਆਂ ਹੁੰਦੀਆਂ, ਸਿੰਗਲੇਟ ਅਤੇ ਟ੍ਰਿਪਲੇਟ। ਬਹੁਤ ਜ਼ਿਆਦਾ ਡੀਪ ਜਾਣ ਦੀ ਜ਼ਰੂਰਤ ਨਹੀਂ ਹੈ ਕਿ ਹੈ ਨਾ। ਬੇਸਿਕਲੀ ਕਾਰਬੀਨ ਦੇ ਵਿੱਚ ਕੀ ਹੁੰਦਾ, 2 ਕੋਵਲੈਂਟ ਬੌਂਡ ਹੁੰਦੇ ਨੇ, ਯਾਨੀ ਕਿ ਸ਼ੇਅਰਿੰਗ ਨਾਲ ਬਣਦਾ। ਇੱਕ ਜਿਹੜਾ ਉਹ ਲੋਨ ਪੇਅਰ ਪ੍ਰੈਜੈਂਟ ਹੁੰਦਾ ਅਤੇ ਕਾਰਬਨ ਜਿਹੜੀ ਹੈ ਉਹ sp2 ਹਾਈਬ੍ਰਿਡਾਈਜ਼ਡ ਹੁੰਦੀ ਹੈ, ਠੀਕ ਹੈ ਜੀ। ਸਿੰਗਲੇਟ ਅਤੇ ਟ੍ਰਿਪਲੇਟ ਆ ਜਾਂਦੇ ਆ। ਅੱਗੇ ਆ ਜਾਂਦੀ ਹੈ ਆਪਣੇ ਕੋਲ ਨਾਈਟ੍ਰੀਨ। ਨਾਈਟ੍ਰੀਨ ਦੇ ਵਿੱਚ ਉਲਟਾ ਹੁੰਦਾ ਹੈ। ਨਾਈਟ੍ਰੀਨ ਦੇ ਵਿੱਚ ਕੀ ਹੁੰਦੀ ਹੈ, ਹਾਈਬ੍ਰਿਡਾਈਜੇਸ਼ਨ ਇਜ਼ ਸੇਮ, sp2 ਹਾਈਬ੍ਰਿਡਾਈਜ਼ਡ, ਬਟ ਉੱਥੇ 2 ਕੋਵਲੈਂਟ ਬੌਂਡ ਸੀ, ਇੱਥੇ 1 ਕੋਵਲੈਂਟ ਬੌਂਡ ਆਏਗਾ ਅਤੇ 2 ਲੋਨ ਪੇਅਰ। ਨਾਈਟ੍ਰੋਜਨ ਦੇ ਕੋਲ 2 ਲੋਨ ਪੇਅਰ ਅਤੇ 1 ਕੋਵਲੈਂਟ ਬੌਂਡ। ਬੇਸਿਕਲੀ ਨਾਈਟ੍ਰੋਜਨ ਦੇ ਵੈਲੈਂਸ ਦੇ ਵਿੱਚ ਆਪਣੇ ਕੋਲ 3 ਇਲੈਕਟ੍ਰੋਨ ਹੁੰਦੇ ਨੇ ਨਾ, ਤਿੰਨਾਂ ਦੇ ਵਿੱਚੋਂ ਜਿਹੜੇ 2 ਨੇ ਉਹ ਲੋਨ ਪੇਅਰ ਦੀ ਮੈਂ ਉਲਟਾ ਬੋਲਿਆ, ਨਹੀਂ ਇਹਨੂੰ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈ। ਬੇਸਿਕਲੀ ਕੀ ਹੈ, ਬਸ ਇੰਨੀ ਗੱਲ ਯਾਦ ਕਰ ਲਓ ਕਿ ਇੱਕ ਜਿਹੜਾ ਹੈ ਉਹ ਕੋਵਲੈਂਟ ਬੌਂਡ ਅਤੇ 2 ਜਿਹੜੇ ਨੇ ਉਹ ਲੋਨ ਪੇਅਰ ਇੱਥੇ ਐਕਟ ਕਰਨਗੇ, ਠੀਕ ਹੈ ਜੀ।